प्रोग्राम गल्लां चो गल सुन रहे श्रोतिਆਂ ਨੂੰ ਮੇਰੇ ਵੱਲੋਂ ਯਾਨੀ ਕਿ ਰਾਜੀਵ ਅਰੋੜਾ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਔਰ ਗੁੱਡ ਈਵਨਿੰਗ। ਔਰ ਸਾਡਾ ਹਫਤਾਵਾਰੀ ਸਿਲਸਿਲਾ ਕੋਰੋਨਾ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਔਰ ਇਸ ਬਿਮਾਰੀ ਦਾ ਹੱਲ ਹੈ ਜਿਹੜਾ ਉਹ ਅਜੇ ਤੱਕ ਵੀ ਕਿਸੇ ਵੀ ਦੇਸ਼ ਦੇ ਵਿਗਿਆਨੀਆਂ ਨੇ ਨਹੀਂ ਕੱਢਿਆਗਾ, ਨਾ ਤਾਂ ਇਸ ਦਾ ਇਲਾਜ ਤੇ ਨਾ ਹੀ ਇਸ ਦੀ ਵੈਕਸੀਨੇਸ਼ਨ। ਤੋ ਜਿਵੇਂ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਵੀ ਇਹੀ ਗੱਲ ਕਹੀ ਔਰ ਸਾਡੇ ਇੱਕ ਹੋਰ ਕੈਬਨਿਟ ਮੰਤਰੀ ਨੇ ਬੜੀ ਵਾਰੀ ਇਹ ਗੱਲ ਕਹੀ ਸਰਕਾਰੀ ਮਾਧਿਅਮ ਤੋਂ ਵੀ ਔਰ ਹਰ ਪਲੇਟਫਾਰਮ ਤੋਂ ਕਿ ਵੀ ਵਿਲ ਹੈਵ ਟੂ ਲਰਨ ਦਾ ਆਰਟ ਆਫ ਲਿਵਿੰਗ ਸਪੈਸ਼ਲੀ ਵਿਦ COVID-19। ਸੋ ਜੀਵਨ ਜਾਂਚ ਅਸੀਂ ਐਸੀ ਬਣਾਈਏ ਕਿ ਸਾਡੀ ਜ਼ਿੰਦਗੀ ਵੀ ਚੱਲੇ, ਦੇਸ਼ ਦਾ ਅਰਥਚਾਰਾ ਵੀ ਚੱਲੇ ਔਰ ਇਹ ਬਿਮਾਰੀ ਤੋਂ ਵੀ ਅਸੀਂ ਬਚਾ ਕੇ ਰੱਖੀਏ ਆਪਣੇ ਆਪ ਤੋਂ, ਕਿਉਂਕਿ ਸਾਨੂੰ ਇਹ ਗੱਲ ਸਵੀਕਾਰ ਲੈਣੀ ਚਾਹੀਦੀ ਹੈ ਕਿ COVID-19 ਲੰਮਾ ਸਮਾਂ ਸਾਡਾ ਹਮਰਾਜ਼, ਸਾਡਾ ਹਮਰਾਹੀ ਹਰ ਲਿਹਾਜ਼ ਨਾਲ ਸਾਡੇ ਨਾਲ ਰਹਿਣ ਵਾਲਾ ਹੈ, ਪਰ ਅਸੀਂ ਉਹਦੇ ਤੋਂ ਫਾਸਲਾ ਰੱਖਣਾ ਹੈ। ਸੋ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਜਾਣਕਾਰੀਆਂ ਦਿੰਦੇ ਰਹਿੰਦੇ ਹਾਂ ਕਿ ਇਸ ਬਿਮਾਰੀ ਤੋਂ ਕਿਵੇਂ ਬਚਣਾ ਹੈ ਪਹਿਲੀ ਗੱਲ ਤਾਂ, ਔਰ ਅਸੀਂ ਆਪਣੇ ਆਪ ਨੂੰ ਕਿਵੇਂ ਇੰਨਾ ਕੁ ਸਟਰੋਂਗ ਕਰੀਏ, ਇੰਨੇ ਕੁ ਅਸੀਂ ਤੰਦਰੁਸਤ ਬਣੀਏ ਕਿ ਜੇ ਇਹ ਵਾਇਰਸ ਸਾਨੂੰ ਇਨਫੈਕਟ ਵੀ ਕਰ ਦੇਵੇ ਤਾਂ ਕਮ ਸੇ ਕਮ ਸਾਡੀ ਜ਼ਿੰਦਗੀ ਹੈ ਜਿਹੜੀ ਉਸ ਦੇ ਉੱਤੇ ਕੋਈ ਖਤਰਾ ਹੈ ਜਿਹੜਾ ਉਹ ਨਾ ਪਵੇ। ਸੋ ਇਸ ਵਿਸ਼ੇ ਤੇ ਵਧੇਰੇ ਜਾਣਕਾਰੀ ਲਈ ਅੱਜ ਉਚੇਚੇ ਤੌਰ ਤੇ ਅਸੀਂ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਹੈ ਜੀ ਡਾਕਟਰ ਸੁਸ਼ੀਲ ਕੋਟਰੂ ਹੋਰਾਂ ਨੂੰ, ਜਿਹੜੇ ਕਿ ਸਥਾਨਕ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਵਿੱਚ ਬਤੌਰ ਡਾਇਬਟੋਲੋਜਿਸਟ ਐਂਡ ਐਂਡੋਕ੍ਰਿਨੋਲੋਜਿਸਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਇਸ ਇਲਾਕੇ ਦੇ ਜਿਹੜੇ ਸ਼ੂਗਰ ਦੇ ਮਰੀਜ਼ ਹੈ ਮੇਰੇ ਖਿਆਲ ਹੈ ਉਹ ਇਹਨਾਂ ਦੇ ਨਾਮ ਤੋਂ ਕਾਫੀ ਹੱਦ ਤੱਕ ਵਾਕਫ ਹੈ। ਸੋ ਡਾਕਟਰ ਸੁਸ਼ੀਲ ਕੋਟਰੂ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ 'ਚ ਔਰ ਸਟੂਡੀਓ ਦੇ ਵਿੱਚ ਵੀ ਆਪ ਜੀ ਨੂੰ ਜੀਆਂ ਨੂੰ ਆਖਦੇ ਹਾਂ ਜਨਾਬ। ਵੈਸੇ ਕੋਟਰੂ ਸਾਹਿਬ ਸਟੂਡੀਓ 'ਚ ਬੈਠ ਕੇ ਮੈਨੂੰ ਪਤਾ ਨਹੀਂ ਹੈ ਕਿਉਂ ਲੱਗ ਰਿਹਾ ਕਿ ਮੈਂ ਕਸ਼ਮੀਰ ਦੀਆਂ ਵਾਦੀਆਂ 'ਚ ਇੱਕ ਉੱਥੋਂ ਦੇ ਖੂਬਸੂਰਤ ਨੌਜਵਾਨ ਦੇ ਨਾਲ ਬੈਠਾ ਔਰ ਇਸ ਚੀਜ਼ ਦਾ ਤਾਂ ਆਪਣਾ ਹੀ ਆਨੰਦ ਹੈ ਜੀ, ਕਿਉਂਕਿ ਉੱਥੋਂ ਦੀਆਂ ਰੋਗਨ ਜੋਸ਼ ਤੇ ਕਿਆ ਡਿਸ਼ਿਜ਼ ਹੈ ਤੁਹਾਡੀਆਂ, ਮੈਨੂੰ ਅੱਜ ਉਹਨਾਂ ਦੀ ਮਹਿਕ ਆਉਣ ਲੱਗੀ ਤੁਹਾਡੇ ਸਟੂਡੀਓ 'ਚ ਆਉਣ ਨਾਲ, ਔਰ ਕੇਸਰ ਜੋ ਇੱਕ ਕਸ਼ਮੀਰ ਦੀ ਖੂਬਸੂਰਤੀ ਹੈ, ਇੱਕ ਖਾਸੀਅਤ ਹੈ। ਸੋ ਇਸ ਦੇ ਚੱਲਦਿਆਂ ਆਪਾਂ ਗੱਲ ਕਰ ਰਹੇ ਸੀਗੇ ਕਿ COVID-19 ਦੀ। ਸੋ COVID-19 ਦੇ ਵਿੱਚ ਜੋ ਆਪਾਂ ਗੱਲ ਕੀਤੀ ਹੁਣੇ ਕਿ ਜੇਕਰ ਇਹ ਬਿਮਾਰੀ ਤੋਂ ਪਹਿਲੀ ਗੱਲ ਤਾਂ ਬਚਣਾ ਹੈ ਔਰ ਦੂਸਰਾ ਹੈ ਕਿ ਜੇ ਇਹ ਹੋ ਜਾਵੇ ਤਾਂ ਇਸ ਨੂੰ ਆਪਣੇ ਸਰੀਰ ਨੂੰ ਤੰਦਰੁਸਤ ਕਿਵੇਂ ਕਰਨਾ ਹੈ ਕਿ ਅਸੀਂ इस तो बच सकिए। खैर पहले कोविड-19 या कोरोना वायरस क्या है पहले तो मैं चाहूँगा। वैसे आजकल तो हमें न्यूज़ के थ्रू, प्रिंट मीडिया के थ्रू बहुत सारी जानकारी ऑलरेडी मिल चुकी है, फिर मैं सारी श्रोताओं को थोड़ा बताना चाहूँगा ये कोविड-19 या कोरोना वायरस क्या है। कोरोना वायरस एक कॉमन जो फ्लू इन्फेक्शन जो होता है, कॉमन कोल्ड जो जुकाम खांसी का जो कॉमन वायरस है उसी का एक वेरिएंट है, नया वायरस है। इसमें एक सीरियस इन्फेक्शन ये क्रिएट करता है जो एक बार 2002-2003 में भी कोरोना वायरस 1 जिसको बोलते हैं सार्स, सीवियर एक्यूट रेस्पिरेटरी सिंड्रोम, जो सीरियस इन्फेक्शन हुआ था उस टाइम भी कुछ डेथ्स हुई थी। फिर एक मिडिल ईस्ट रेस्पिरेटरी सिंड्रोम का एक एपिडेमिक हुआ था, मिडिल ईस्ट कंट्रीज में हुआ था। तभी कोरोना वायरस 2 जो न्यू कोरोना वायरस इन्फेक्शन है जिसको हमने COVID-19, क्योंकि कोरोना वायरस डिजीज जो 2019 दिसंबर में पहली बार वुहान सिटी में पाया गया चाइना में, 2002 भी चाइना में ही देखा गया था, तो इसको फिर WHO ने COVID-19 कोरोना वायरस डिजीज 2019 दिसंबर में इसको लेबल किया COVID-19 न्यू कोरोना वायरस डिजीज है। ये ज़्यादातर लंग्स या चेस्ट इन्फेक्शन करता है। इसमें सिम्टम्स तो वैसे कॉमन वही रहते हैं, जुकाम खांसी बुखार, बट ये सीरियस लंग्स को डिजीज करता है, लंग्स को भी इन्वॉल्व करता है, जिसमें सीरियस डिजीज होने की वजह से कुछ पेशेंट्स को ICU में भी एडमिशन होना पड़ता है, वेंटिलेटर की जरूरत पड़ती है और डेथ रेट इसमें ज़्यादा है कॉमन फ्लू से। तो सिम्टम्स कॉमन फ्लू की तरह ही होता है, बट इसमें सीरियस डिजीज जो लंग्स की डिजीज ज्यादा होने का खतरा बढ़ जाता है, तो पेशेंट्स को ICU में एडमिट होने का भी रिस्क बढ़ जाता है और वेंटिलेटर सपोर्ट की जरूरत पड़ती है और डेथ रेट इसमें कॉमन फ्लू से बहुत बहुत ज्यादा है। इसलिए इसको सीवियर एक्यूट रेस्पिरेटरी सिंड्रोम भी बोला जाता है और क्योंकि कोरोना वायरस नया है तो इसको COV-2 न्यू कोरोना वायरस डिजीज बोला जाता है। जी वैसे जे ਆਪਾਂ ਇਸ ਦੇ ਨਾਮ ਤੇ ਸਰ ਗੱਲ ਕਰੀਏ ਸਵੀਅਰ ਐਕਿਊਟ ਰੈਸਪੀਰੇਟਰੀ ਸਿੰਡਰਮ, ਤਾਂ ਸਾਨੂੰ ਇਹ ਲੱਗਦਾ ਹੈ ਕਿ ਜਿਵੇਂ ਕੋਈ ਫੇਫੜਿਆਂ ਦੀ ਜਾਂ ਸਾਹ ਲੈਣ ਦੇ ਨਾਲ ਸੰਬੰਧੀ ਇਹ ਕੋਈ ਬਿਮਾਰੀ ਹੈ, ਪਰ ਜਦੋਂ ਅਸੀਂ ਜੋ ਇਹਦੇ ਲੱਛਣ ਹੈ ਇਹਦੇ ਮਰੀਜ਼ਾਂ ਦੇ ਉਸ ਦੇ ਬਾਰੇ ਸੁਣਦੇ ਹਾਂ ਤਾਂ ਉਹਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਡਾਇਰੀਆ ਵੀ ਕਈਆਂ ਨੂੰ ਇਹ ਸਿੰਪਟਮ ਆਇਆ ਪਿਆ ਹੈ ਔਰ ਕਈਆਂ ਨੂੰ
ਜਿਨ੍ਹਾਂ ਨੂੰ ਕਿਡਨੀ ਦੀ ਕੋਈ ਬਿਮਾਰੀ ਹੈ, ਮਤਲਬ ਉਹਨਾਂ ਨੂੰ ਬੇਸ਼ੱਕ ਸ਼ੂਗਰ ਦੀ ਕਿਸੇ ਨੂੰ ਕੋਈ ਬਿਮਾਰੀ ਹੈ ਤਾਂ ਉਹ ਵੀ ਇਸ ਦਾ ਵਿਕਟਮ ਬਣ ਰਿਹਾ ਹੈ। ਇਹ ਗੱਲਬਾਤ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ। ਔਰ ਮੈਂ ਸਰੋਤਿਆਂ ਨੂੰ ਇੱਕ ਵਾਰ ਫਿਰ ਯਾਦ ਦਿਵਾਵਾਂ ਕਿ ਜਿਹੜੇ ਸਰੋਤਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜੋ ਸਟੂਡੀਓ ਦੇ ਵਿੱਚ ਮੌਜੂਦ ਮਹਿਮਾਨ ਹੈ ਡਾਕਟਰ ਸੁਸ਼ੀਲ ਕੋਟਰੂ, ਉਹਨਾਂ ਤੋਂ ਕੋਈ ਵੀ ਸਵਾਲ ਪੁੱਛਣਾ ਹੋਵੇ ਤਾਂ ਸਾਡੇ ਸਟੂਡੀਓ ਦੇ ਨੰਬਰ 0164224331 ਤੇ ਡਾਇਲ ਕਰ ਸਕਦੇ ਹੈ। ਔਰ ਇੱਕ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਇਸ ਵੇਲੇ ਜੁੜ ਵੀ ਚੁੱਕਿਆ ਹੈ ਔਰ ਜਾਣੀਏ ਕੀ ਹੈ ਉਹਨਾਂ ਦਾ ਸਵਾਲ। ਹੈਲੋ ਜੀ, ਨਮਸਕਾਰ। ਨਮਸਕਾਰ ਜੀ, ਕੌਣ ਬੋਲ ਰਹੇ ਦਰਸ਼ਨ ਕੁਮਾਰ ਭਿੰਡਰਾ ਬੋਲਦਾ ਜੀ। ਆਵਾਜ਼ ਤੁਹਾਡੀ ਥੋੜੀ ਜੀ ਘੱਟ ਹੈ, ਥੋੜਾ ਜਿਹਾ ਉੱਚੀ ਬੋਲੋਗੇ ਜਨਾਬ, ਥੋੜੇ ਉਰਾ ਪਰਾਂ ਹੋ ਕੇ ਉੱਚੀ ਬੋਲੋ। ਬੁਖਾਰ ਆ ਜੀ। ਦਰਸ਼ਨ ਕੁਮਾਰ ਬੋਲਦਾ ਸੀ ਜੀ। ਦਰਸ਼ਨ ਕੁਮਾਰ ਜੀ, ਮਹਾਰਾਜ ਸਵਾਗਤ ਹੈ। ਕੀ ਪੁੱਛਣਾ ਚਾਹੋਗੇ ਡਾਕਟਰ ਕੋਟਰੂ ਤੋਂ? ਡਾਕਟਰ ਸਾਹਿਬ ਨਮਸਕਾਰ ਜੀ। ਨਮਸਕਾਰ। ਹੋ ਗਈ ਜੀ, ਬੁਖਾਰ ਚੜ ਰਿਹਾ ਜੀ ਥੋੜਾ ਜੀ, ਚੜ ਜਾਂਦਾ ਉਤਰ ਜਾਂਦਾ ਜੀ, ਨਾਲ ਜ਼ੁਕਾਮ ਆ ਥੋੜਾ ਜਿਹਾ, ਹੋ ਕੋਈ ਤੇ ਡਾਕਟਰ ਕੋਲੇ ਨਹੀਂ ਗਏ ਜਨਾਬ? ਗਏ ਸੀ ਡਾਕਟਰ ਸਾਹਿਬ, ਉਹਨੇ ਜੀ ਚੈੱਕਅਪ ਜਿਹਾ ਕਰਕੇ ਜੀ ਦਵਾਈ ਦੇ ਦਿੱਤੀ ਸੀਗੀ ਜੀ, ਉਹ ਦਵਾਈ ਦਾ ਅਸਰ ਰਹਿੰਦਾ, ਉਦੋਂ ਬਾਅਦ ਫੇਰ ਜੀ ਹੋ ਜਾਂਦਾ ਆਪਣੇ ਰੋੜਾ ਜੀ। अच्छा जी। देखो, अगर ऐसे सिम्टम्स हैं, आपका बुखार ज़्यादा आ रहा है और खांसी जुकाम भी नाल है और कोई सांस की तकलीफ भी हो रही है तो नाल होर भी लक्षण है सर दर्शन जी? हाँ जी, थोड़ा जिहा रोड़ा जी मैनू साजिश हैगी है जी, साह चढ़दा मैनू जी थोड़ा जिहा। तो आपको देखिए, आपको अगर कोई ऐसा कांटेक्ट है किसी पेशेंट जो आसपास कोई कोविड-19 के पेशेंट्स हैं, फिर भी हमारा ना सिविल हॉस्पिटल में एक फ्लू कॉर्नर बनाया हुआ है, तो जिन पेशेंट्स को ऐसे लक्षण हैं तो उनको वहां जाके अपना सैंपल दे सकते हैं। जनाब ਡਾਕਟਰ ਸਾਹਿਬ ਇੱਥੇ ਹੀ ਆਪਣੇ ਜੀ ਪੋਸਟ ਦੇ ਵਿੱਚ ਡਾਕਟਰ MRP ਉਹਦੇ ਕੋਲੇ ਗਏ ਸੀ ਡਾਕਟਰ। ਚਲੋ, ਮੇਰੀ ਬੇਨਤੀ ਇਹ ਹੈ, ਡਾਕਟਰ ਸਾਹਿਬ ਦੀ ਵੀ ਇਹੀ ਬੇਨਤੀ ਹੈ ਕਿ ਇੱਕ ਵਾਰੀ ਸਰਕਾਰੀ ਹਸਪਤਾਲ 'ਚ ਜਾਇਓ, वहाँ फ्लू कॉर्नर है, वहाँ फ्लू कॉर्नर में आप अपना चेकअप करा के अपना सैंपल दे सकते हैं। अगर ऐसे लक्षण उनको लगेंगे कि जो कोविड-19 के होंगे तो अपना सैंपल चेक करवाइए आप अपना। हाँ जी, ठीक है जी। ਠੀਕ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਸਾਡੇ ਸਰੋਤਿਆਂ ਨੂੰ ਮੈਂ ਇੱਕ ਵਾਰੀ ਫੇਰ ਯਾਦ ਦਿਵਾਵਾਂ ਕਿ 0164 2240 331 ਤੇ ਸਾਨੂੰ ਕਾਲ ਕਰ ਸਕਦੇ ਆ। ਸੋ ਜਿਨ੍ਹਾਂ ਨੇ ਸਾਨੂੰ ਕੋਈ ਵੀ ਸਵਾਲ ਪੁੱਛਣਾ ਹੈ 0164 2240 331। ਸੋ ਜੀ ਡਾਕਟਰ ਸਾਹਿਬ, ਮੈਂ ਇਹ ਪੁੱਛ ਰਿਹਾ ਸੀਗਾ ਕਿ ਜੇ ਇਹ ਸਿਰਫ ਸਵੀਅਰ ਐਕਿਊਟ ਰੈਸਪੀਰੇਟਰੀ ਸਿੰਡਰਮ ਇਹਦਾ ਨਾਮ ਦਿੱਤਾ ਗਿਆ ਹੈ, ਫਿਰ ਕਿਡਨੀ ਦੇ ਮਰੀਜ਼ ਕਿਉਂ ਮਰ ਰਹੇ ਆ? ਸ਼ੂਗਰ ਦੇ ਮਰੀਜ਼ ਹੈ ਜਿਹੜੇ, ਉਹਨਾਂ ਦੀ ਇੰਨੀ, ਜਿਵੇਂ ਪੰਜਾਬ ਦੇ 40 ਜਿਹੜੀਆਂ ਫਰਟੈਲਿਟੀਜ਼ ਹੈ, ਹਾਲਾਂਕਿ ਆਫ ਰਿਕਾਰਡ ਹੈ, ਉਹਨਾਂ ਚੋਂ ਮੈਜੋਰਿਟੀ ਹੈ ਜਿਹੜੀ ਦੇ ਆਲ ਵਰ ਡਾਇਬਟਿਕਸ। तो एक कॉमन चीज है, तो इसका मतलब डायबिटिक्स ज्यादा इसके शिकार हो रहे हैं, ਇਹਦਾ ਕੀ ਕਾਰਨ ਹੈ ਸਰ? देखो, ऐसा है कि जो ये कोविड-19 इन्फेक्शन है, जो न्यू कोरोना वायरस इन्फेक्शन है, 100 में 80 पेशेंट्स, अगर हम 100 पेशेंट देंगे जिनको इन्फेक्शन होता है तो 80% पेशेंट्स में माइल्ड डिजीज या एसिम्टोमेटिक डिजीज रहता है, उनमें कोई सीरियस प्रॉब्लम्स नहीं रहती। जो 20% पेशेंट्स हैं जिनमें सीरियस इन्फेक्शन रहता है, जिनको हॉस्पिटल में एडमिट होना पड़ता है, तो 20 पेशेंट्स में भी 5% पेशेंट्स को, 5 पेशेंट्स को आईसीयू में एडमिट होना पड़ता है या वेंटिलेटर सपोर्ट की जरूरत पड़ती है। उनमें ज्यादातर वही पेशेंट्स हैं जिनमें या तो डायबिटीज है, या ब्लड प्रेशर है, या हार्ट डिजीज है, या वो स्मोकर्स रहे हैं, या लंग डिजीज है, या वो ओल्ड एज के पेशेंट्स हैं, या उनका वेट ज्यादा ओबीस पेशेंट्स है। तो डायबिटीज में क्या है, अगर हम जानते हैं कि डायबिटीज पेशेंट्स में इन्फेक्शन रोकने की क्षमता कम होती है, तो अगर पहले ही इम्यूनिटी कम है तो ये इन्फेक्शन उन्हीं को अटैक ज्यादा करता है जिनकी इम्यूनिटी कम है। ओल्ड एज में भी इम्यूनिटी कम होती है, तो डायबिटीज से पहले ही किडनीज वीक हो जाती है। तो जब ये लंग्स को अटैक करता है, लंग्स को अटैक करने के साथ ही बॉडी में एक इन्फ्लेमेशन क्रिएट होता है। उस इन्फ्लेमेशन से जो किडनीज पहले से वीक है तो उस पर भी अटैक होता है, तो मल्टीपल ऑर्गन्स को असर करता है। यानी ਜਿਹੜਾ ਪਹਿਲਾ ਹਮਲਾ, ਬੇਸ਼ੱਕ ਡਾਇਬਟਿਕ ਹੈ ਕੋਈ ਬੰਦਾ, ਕਿਉਂਕਿ ਉਹਦੀ ਜੋ ਇਮਿਊਨਿਟੀ ਹੈ ਬਹੁਤ ਕਮਜ਼ੋਰ ਹੋ ਚੁੱਕੀ ਹੁੰਦੀ ਹੈ, ਬਿਮਾਰੀਆਂ ਨਾਲ ਲੜਨ ਦੀ ਉਹਦੀ ਸਮਰੱਥਾ ਬਹੁਤ ਕਮਜ਼ੋਰ ਹੋ ਚੁੱਕੀ ਹੁੰਦੀ ਹੈ, ਹਮਲਾ ਇਹਦਾ ਫੇਫੜੇ ਤੋਂ ਹੀ ਸ਼ੁਰੂ ਹੁੰਦਾ ਹੈ ਮਤਲਬ। ਹਾਂਜੀ ਜੀ ਜੀ, ਇਨਵੋਲਵ ਲੰਗਸ। ਮੈਨੂੰ ਇੱਕ ਚੀਜ਼ ਹੋਰ ਮੇਰੇ ਜ਼ਿਹਨ ਚ ਆ ਰਹੀ ਸੀ, ਸਵਾਲ ਮੈਂ ਤੁਹਾਨੂੰ ਪੁੱਛਦਾ, ਪਰ ਇੱਕ ਸਰੋਤਾ ਟੈਲੀਫੋਨ ਲਾਈਨ ਤੇ ਹੈ ਸਾਡੇ ਨਾਲ। ਹੈਲੋ। ਹਾਂਜੀ, ਨਮਸਕਾਰ ਜੀ ਰੋੜਾ ਸਾਹਿਬ। ਨਮਸਕਾਰ ਜੀ, ਕੌਣ ਬੋਲ ਰਹੇ? ਮੈਂ ਜਰਨੈਲ ਸਿੰਘ ਰਾਮਪੁਰਾ ਫੂਲ ਤੋਂ ਬੋਲਦਾ ਜੀ। ਜੀ ਜਰਨੈਲ ਜੀ, ਕੀ ਪੁੱਛਣਾ ਚਾਹੋਗੇ ਜਨਾਬ? ਸਰ, ਮੈਨੂੰ ਕਿ ਨਾ ਸ਼ੂਗਰ ਦੀ ਬਿਮਾਰੀ ਹੈ, ਕੋਈ ਤਕਰੀਬਨ 7-8 ਸਾਲ ਤੋਂ। ਉਮਰ ਕਿੰਨੀ ਹੈ ਆਪ ਜੀ ਦੀ? ਮੇਰੀ 66। 66, ਕੀ ਬਾਤ ਹੈ। ਯਾਨੀ ਕਿ 60 ਸਾਲ ਦੀ ਉਮਰ ਚ ਆ ਕੇ ਤੁਸੀਂ ਡਾਇਬਟਿਕ ਹੋਏ? ਜੀ 60। ਨਹੀਂ, ਜਿਹੜੀ ਬਿਮਾਰੀ 60 ਸਾਲ ਦੀ ਉਮਰ ਚ ਆਈ। ਜੀ ਜੀ ਜੀ, ਹੈ ਨਾ। ਚਲੋ 60 ਸਾਲ ਦੀ ਉਮਰ ਤੱਕ ਬਿਨਾਂ ਸ਼ੂਗਰ ਤੋਂ ਰਹੇ, ਇਹ ਵੀ ਬਹੁਤ ਵੱਡੀ ਗੱਲ ਹੈ। ਹਾਂ, ਹੁਣ ਦੱਸੋ ਅੱਗੇ। ਸਾਡੀ ਮਦਰ ਨੂੰ ਵੀ ਸੀਗੀ ਜੀ ਇਹ, ਤੇ ਮੈਂ ਕਿ ਨਾ ਆਪਣੇ ਡਾਕਟਰ ਸਾਹਿਬ ਨੂੰ ਪੁੱਛਣਾ ਹੈ ਵੀ ਮੈਂ ਓਜੋਮੇਟ PG2 ਗੋਲੀ ਖਾਈ ਜਾਂਦਾ, ਇੱਕ ਗੋਲੀ ਸਵੇਰ ਇੱਕ ਸ਼ਾਮ ਨੂੰ, ਕੀ ਉਹ ਗੋਲੀ ਦਾ ਸਾਈਡ ਇਫੈਕਟ ਤਾਂ ਨਹੀਂ? ਇਸ ਵੇਲੇ ਮੇਰੀ 165 ਹੈ ਸ਼ੂਗਰ ਫਾਸਟ। हाँ जी, हाँ जी।
पहले वैसे तो जो आप दवाई ले रहे हैं, जो अपने डॉक्टर से कंसल्ट करके ले रहे हैं, तो शुगर आपका कंट्रोल रहना चाहिए। जोमेज PG2 जो ले रहे हैं तो इसमें P वाली दवाई पायोग्लिटिजोन है। तो वैसे हम दवाई इसमें 2-3 चीज़ों का ध्यान रखना पड़ेगा। एक तो जिन ब्लैडर का जो पेशाब थैली है होती है ना, उसमें इस दवाई से देखा गया है कि उसमें कैंसर का रिस्क बढ़ जाता है। तो आपको एक अल्ट्रासाउंड करा के अपने पेशाब थैली का चेक कराना चाहिए। और थोड़ी उतनी अच्छी दवाई, 3 दवाइयों का कॉम्बिनेशन है, तो हम चाहेंगे ये P वाली दवाई इसमें मिक्स की हुई है, तो वो अगर हम अवॉइड करेंगे तो ज़्यादा अच्छा रहेगा। तो बाकी जी रूटीन दवाइयाँ तुसी ले सकते हैं, तो अपने डॉक्टर से कंसल्ट करिए। तो ये 3 दवाइयाँ का कॉम्बिनेशन चेंज करके 2 दवाइयाँ का कॉम्बिनेशन कर लीजिए। तो P वाली दवाई अगर आप चेंज करेंगे तो बेटर रहेगा आपके लिए। बाकी अपना शुगर कंट्रोल होना चाहिए। अगर ग्लाइनेसा मैफ ले लूं तो नहीं सर, वो आप डॉक्टर से कंसल्ट करिए, शुगर भी कंट्रोल होना चाहिए ना। जरनैल सिंह जी, दवाइयाँ तुसी कटाओगे तो शुगर ਵਧੇਗਾ ना, तो अपने डॉक्टर से। सर पहले मैं ग्लाइनेसा मैफ ਲੈਂਦਾ ਹੁੰਦਾ ਸੀਗਾ। सर उस ਤਕਰੀਬਨ 3 ਸਾਲ ਲੈਂਦਾ ਰਿਹਾ, ਬਾਅਦ ਦੇ ਵਿੱਚੋਂ ਕੰਮ ਕਰਨੋਂ ਨਹੀਂ ਹਟ ਗਈ। ਫਿਰ ਮੇਰੀ 400-450 ਹੋ ਗਈ ਗੋਲੀ ਲੈ ਕੇ ਓਹ। ਗਲਾਈਨੇਸ ਦੀ। ਅੱਛਾ। ਹੁਣ ਮੈਂ ਜਦੋਂ ਦਾ ਜੋ ਮੈਂ ਤੇ PG2 ਲੈ ਰਹੇ ਹਾਂ, ਉਸ ਤੋਂ ਬਾਅਦ 250, 200, ਅੱਜ ਦੀ ਘੜੀ 165 है। नहीं, वो एक रिपोर्ट से नहीं होता, तुसी बार बार चेक करो। और अगर आपका अल्ट्रासाउंड ठीक आता है, कोई पेशाब थैली में कोई प्रॉब्लम नहीं है और हार्ट की कोई तकलीफ नहीं है, तो फिर तुसी ये दवाई चालू रख सकते हैं। सर हार्ट की है प्रॉब्लम? तो फिर उसी हिसाब नाल ਇਹ ਡਾਕਟਰ ਸਾਹਿਬ ਦੇ ਧਿਆਨ ਚ ਲਿਆ ਦਿਓ। ਤੇ ਮੇਰੀ ਸੁਣੋ ਬੇਨਤੀ ਜਰਨੈਲ ਸਿੰਘ ਜੀ, जी ਇਹ ਮਹਾਰਾਜ 200 ਰੁਪਿਆ ਡਾਕਟਰ ਵਾਲਾ ਨਾ ਬਚਾਓ, ਡਾਕਟਰ ਨੂੰ नहीं ਫੀਸ ਦੇ सर ਕੇ पैसे का कोई गल नहीं। इंसुलिन लगाने की लोड ਇੱਥੇ ਆ ज्यादा ਜਾਓ, चल ਇਹਨਾਂ रहा है। ਕੋਲੇ ਮੈਕਸ ਚ ਆ ਜਾਓ ਬਠਿੰਡੇ। जी ਹਾਂ, ਤੇ ਪਰਚੀ ਕਟਾ ਕੇ ਵਿਖਾ ਲਓ, ਸਾਰੀਆਂ ਗੱਲਾਂ ਕਰੋ ਦਿਲ ਦੀਆਂ, ਨਾਲੇ ਦਵਾਈ ਤੁਹਾਨੂੰ ਦੇ ਦਿਖਾ ਲਓ। वो हो सकता है दवाई थोड़ी चेंज करने ਬਠਿੰਡੇ की ਆ ਜਾਓ जरूरत ਨਾ, है। ਹੁਣ ਨਾਲੇ ਘੁੰਮ ਫਿਰ ਜਾਓ। ਹੁਣ ਕਰਫਿਊ ਹਟ ਗਿਆ ਹੋਇਆ ਦਿਨ ਦਾ, ਨਾਲੇ ਡਾਕਟਰ ਨੂੰ ਵਿਖਾ ਜਾਓ। तो सारे कास्ट से आई है ना, बस चलती है ना गड्डी चलती ਹੁਣ है। ਕਾਕਾ ਜੀ ਨੂੰ ਕਹੋ ਕਾਰ ਤੇ ਲੈ ਕੇ ਆਉਣ, ਕੋਈ ਗਵਾਂਢੀ ਆਂਟੀ ਨੂੰ ਕਹੋ ਵੀ ਕਾਰ ਕੁਰ ਲੈ ਕੇ ਆਵੇ ਨਾਲ, ਹੋਰ ਕੀ ਹੈ। सर जी इन्नी किथे कमाई है, काम तो बंद होया पिया सारा। ਆਏ ਹਾਏ। चलो कोई बात नहीं, तुसी आ जाओ, फ्री में चेक कर लेंगे, बस कोई गल नहीं। ਚਲੋ ਉਧਰੋਂ ਖਰਚਾ ਕਰਿਆ ਉਹ, ਕੋਈ ਮੋਟਰਸਾਈਕਲ ਤੇ ਆ ਜਾਓ, ਰਾਮਪੁਰ ਆ ਖੜਾ ਹੈ, ਇੱਥੋਂ ਤੁਹਾਨੂੰ ਫ੍ਰੀ ਚੈੱਕ ਕਰ ਦੇਣਗੇ। ਬਸ ਐਡੀ ਗੱਲ ਕਰਤੀ ਡਾਕਟਰ ਸਾਹਿਬ ਨੇ। ठीक है जी। ਚਲੋ ਸ਼ੁਕਰੀਆ ਜੀ ਕਾਲ ਕਰਨ ਲਈ। ਸੋ ਸਰੋਤਿਓ, 0164 2240 331 ਤੇ ਸਾਨੂੰ ਕਾਲ ਕਰਕੇ ਤੁਸੀਂ ਆਪਣੀ ਕਿਸੇ ਵੀ ਸਮੱਸਿਆ ਬਾਰੇ ਕੋਈ ਵੀ ਜਾਣਕਾਰੀ, ਬੇਸ਼ੱਕ COVID-19 ਬਾਰੇ ਵੀ ਜੇ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਇਸ ਤੇ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। ਮੈਂ ਨਿੱਜੀ ਤੌਰ ਤੇ ਹਮੇਸ਼ਾ ਹੀ ਇਹ ਸੋਚਿਆ, ਸਾਰੇ ਸੋਚਦੇ ਹਾਂ ਅਸੀਂ ਕਿ ਜਿਹੜੇ USA ਦੇ ਲੋਕ ਹੈ, ਬੜਾ ਵਿਕਸਿਤ ਦੇਸ਼ ਹੈ, ਉਹ ਸਿਹਤ ਪੱਖੋਂ ਸਾਡੇ ਤੋਂ ਬਹੁਤ ਉਹ ਬਿਹਤਰ ਹੈ। ਉੱਥੇ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਅੱਜ ਵੀ ਜਿਹਦੀ ਅਸੀਂ ਵੈਕਸੀਨੇਸ਼ਨ ਕਰਦੇ ਹਾਂ, ਉੱਥੇ ਉਹਦੀ ਵੈਕਸੀਨੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਜਿਹੜੀਆਂ ਬਿਮਾਰੀਆਂ ਦੇ ਲਈ ਅਜੇ ਵੀ ਸਾਨੂੰ ਕਲੀਨ ਚਿੱਟ ਹੈ ਜਿਹੜੀ WHO ਤੋਂ ਨਹੀਂ ਮਿਲੇਗੀ, ਪਤਾ ਨਹੀਂ ਕਿੰਨੇ ਸਾਲ ਪਹਿਲਾਂ ਉਹਨਾਂ ਬਿਮਾਰੀਆਂ ਤੋਂ ਨਿਜਾਤ ਉਹਨਾਂ ਨੇ ਹਾਸਲ ਕਰ ਲਈ ਹੈ। ਔਰ ਕੁਝ ਸਾਡਾ ਵਾਤਾਵਰਨ ਗਰਮ ਹੈ, ਥੋੜ੍ਹੀਆਂ ਬਿਮਾਰੀਆਂ ਵੀ ਅਸੀਂ ਉਹਨਾਂ ਤੋਂ ਜ਼ਿਆਦਾ ਇੱਥੇ ਝੇਲਦੇ ਹਾਂ। ਸਾਡੀ ਡਾਈਟ ਵੀ ਉਹਨਾਂ ਵਰਗੀ ਸਾਫ਼ ਸੁਥਰੀ ਔਰ ਹਾਈਜੈਨਿਕ ਔਰ ਨਿਊਟ੍ਰੀਸ਼ੀਅਸ ਨਹੀਂ ਹੈਗੀ। ਸਰ ਫਿਰ ਐਸਾ ਕੀ ਹੈ ਕਿ USA ਦੇ ਵਿੱਚ ਜਿਹੜੇ ਲੋਕ COVID-19 ਤੋਂ ਇਨਫੈਕਟ ਹੋਏ, ਉਹਦੇ ਚੋਂ ਸਿੰਪਟੋਮੈਟਿਕ ਦੀ ਸੰਖਿਆ, ਯਾਨੀ ਉਹ ਲੋਕ ਜਿਨ੍ਹਾਂ ਦੇ ਲੱਛਣ ਹੈ, ਉਹਦੀ ਪਰਸੈਂਟੇਜ ਜਾਂ ਉਹਦੀ ਫੀਸਦ ਕਿਤੇ ਜ਼ਿਆਦਾ ਹੈ ਐਜ਼ ਕੰਪੇਅਰ ਟੂ ਇੰਡੀਆ, ਕਿਉਂਕਿ ਸਾਡੇ ਕੋਲੇ ਅੱਜ ਵੀ 2/3 ਤੋਂ ਵੀ ਜ਼ਿਆਦਾ ਅਸਿੰਪਟੋਮੈਟਿਕ ਹੈ। ਔਰ ਹਸਪਤਾਲਾਂ ਦੇ ਵਿੱਚ ਅਸੀਂ ਡਰਦੇ ਸੀ, ਮਾਰਚ ਮਹੀਨੇ ਜਦੋਂ ਅਸੀਂ ਪ੍ਰੋਗਰਾਮ ਕੀਤਾ ਸੀ, ਡਰ ਰਹੇ ਸੀ ਇਸ ਗੱਲ ਤੇ ਕਿ ਸਾਡੇ ਤਾਂ ਵੈਂਟੀਲੇਟਰਸ ਵੀ ਹੈ ਨਹੀਂ। ਔਰ ਸਾਡੇ ਪ੍ਰੋਗਰਾਮਾਂ ਤੋਂ ਬਾਅਦ ਸਿਵਲ ਹਸਪੀਟਲ ਬਠਿੰਡਾ 'ਚ ਵੈਂਟੀਲੇਟਰ ਵੀ ਆ ਗਿਆ, ਰਾਤੋਂ ਰਾਤ ਇੰਸਟਾਲ ਹੋਇਆ। ਪਰ ਅਜੇ ਤੱਕ ਖੁਸ਼ਕਿਸਮਤੀ ਹੈ ਕਿ ਸਾਨੂੰ ਜ਼ਰੂਰਤ ਨਹੀਂ ਪਈ। ਔਰ ਟਿਲ ਡੇਟ 30 ਜਨਵਰੀ ਨੂੰ ਪਹਿਲਾ ਕੇਸ ਰਿਪੋਰਟ ਹੋਇਆ ਹੈ ਇੰਡੀਆ ਦੇ ਵਿੱਚ। 30 ਜਨਵਰੀ ਤੋਂ ਲੈ ਕੇ ਅੱਜ 28 ਮਈ 2020 ਤੱਕ ਪੰਜਾਬ ਦੇ ਵਿੱਚ ਕੁੱਲ 2 ਪੇਸ਼ੈਂਟ ਐਸੇ ਹੋਏ ਜਿਨ੍ਹਾਂ ਨੂੰ ਵੈਂਟੀਲੇਟਰ ਤੇ ਜਾਣਾ ਪਿਆ। ਔਰ ਅਸੀਂ USA ਵਰਗੇ ਦੇਸ਼ਾਂ ਦੀ, ਇਟਲੀ ਵਰਗੇ ਦੇਸ਼ਾਂ ਤੋਂ ਇਹ ਸੁਣ ਰਹੇ ਹਾਂ ਕਿ ਉੱਥੇ ਪਤਾ ਨਹੀਂ ਹੁਣ ਇਹ ਕਿੰਨੀ ਕੁ ਸੱਚ ਹੈ ਕਿ ਬਜ਼ੁਰਗ ਜਿਹੜੇ ਐਲਡਰਸ ਹੈ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਇਹਨਾਂ ਨੂੰ ਲੈ ਜਾਓ, ਯੰਗਸਟਰਸ ਨੂੰ ਅਸੀਂ ਬਚਾਉਣਾ ਹੈ। ਔਰ ਮੈਜੋਰਿਟੀ ਹੈ ਜਿਹੜੀ ਦੇ ਹੈਵ ਬੀਨ ਔਨ ਵੈਂਟੀਲੇਟਰਸ ਔਰ ਆਕਸੀਜਨ। ऐसा सर तुसी एज अ प्रोफेशनल की सोचते हो, की कारण रहा होगा? उसमें बहुत सारे रीजंस हैं। बहुत इंपॉर्टेंट क्वेश्चन पूछा आपने, बहुत इंटरेस्टिंग क्वेश्चन है। तो पहला एक इम्पॉर्टेंट था कि उन्होंने लॉकडाउन थोड़ा लेट किया, इस वजह से बहुत सारे पेशेंट्स में इन्फेक्शन पाया गया। तो इकट्ठे इतने सारे पेशेंट्स हॉस्पिटल में आ गए, तो इस वजह से उनके पास बेड्स ही नहीं थे पेशेंट्स के लिए जिनको ट्रीटमेंट मिलना चाहिए। ट्रीटमेंट न मिलने की वजह से बहुत सारी डेथ्स हुई। और उनके जो पेशेंट्स थे, ज़्यादा एल्डरली पेशेंट्स, जैसे आपने कहा कि बहुत ओल्ड एज के पेशेंट्स थे, और उनमें ओबेसिटी ज़्यादा है, मोटापा ज़्यादा है। USA में भी, इटली में पेशेंट्स ओल्ड एज के बहुत ज़्यादा है, 70 और 80 के एज में
ज़्यादा पेशेंट्स थे, इस वजह से मोर्टेलिटी ज़्यादा रही। और डायबिटीज़ भी यूएसए में बहुत ज़्यादा है, ओबेसिटी बहुत ज़्यादा है। और इंडिया में हो सकता है वैक्सीनेशन का थोड़ा बीसीजी वैक्सीनेशन का रहा है, और हम बचपन से इतने इन्फेक्शंस की वजह से हमारे इतने इन्फेक्शंस रहते हैं, खान पीन हमारा ऐसा है, आपको पता है स्ट्रीट फूड्स खाते हैं, सब तरह के इन्फेक्शन से हम एक्सपोज हो जाते हैं, तो हमारी इम्यूनिटी वैसे ही स्ट्रांग रहती है। ये सारा कुछ थ्योरेटिकल है, हमारे पास पूरा एविडेंस नहीं है। और कहते हैं इंडियंस में एक मैसेंजर आरएनए, ये साइंटिफिक बात कह रहा हूं मैं, मैसेंजर आरएनए ऐसा है जो वायरस के अगेंस्ट हमें इम्यूनिटी देता है। ये सारी थ्योरीज हैं, तो बट ये सच है कि हमारी फैटेलिटी, मोर्टेलिटी, डेथ रेट कम है, और सिम्टोमेटिक पेशेंट्स की संख्या भी, सिम्टोमेटिक पेशेंट्स की भी कम है। और सबसे इंपॉर्टेंट है, लॉकडाउन हमारा टाइम पे होने की वजह से एकदम से इतना इन्फेक्शन कम्युनिटी में नहीं फैला, जिस वजह से इतने पेशेंट्स नहीं आए हॉस्पिटल में कि हमारे हॉस्पिटल्स इतने बढ़ गए कि हमारे पास बेड्स ना रहे। तो ये एक अच्छा डिसीजन गवर्नमेंट का रहा कि टाइमली लॉकडाउन जो हुआ। चलो लॉकडाउन बेशक उन्होंने लेट ਕੀਤਾ ਜਾਂ ਨਹੀਂ ਕੀਤਾ, ਅਜੇ ਵੀ ਨਹੀਂ ਪੂਰੀ ਤਰ੍ਹਾਂ ਨਾਲ ਹੋਇਆ, ਕਿਉਂਕਿ ਉੱਥੋਂ ਦੀ ਜਿਹੜੀ ਸਰ ਸੰਵਿਧਾਨਿਕ ਵਿਵਸਥਾ ਐਸੀ ਹੈ ਕਿ ਪ੍ਰੈਜ਼ੀਡੈਂਟ ਇਹ ਆਰਡਰ ਨਹੀਂ ਕਰ ਸਕਦਾਗਾ ਕਿ ਸਾਰੇ ਯੂਐਸਏ ਨੂੰ ਲੌਕ ਕਰ ਦਿੱਤਾ ਜਾਵੇ, ਕਿਉਂਕਿ ਜਿਹੜੀਆਂ ਉਹਨਾਂ ਦੀਆਂ 50 ਸਟੇਟਸ ਹੈ, ਉਹਨਾਂ ਕੋਲ ਕਨਸਟੀਟਿਊਸ਼ਨਲ ਇੰਨੀਆਂ ਜ਼ਿਆਦਾ ਪਾਵਰਸ ਹੈ ਕਿ ਦੇ ਕੈਨ ਡਿਫਾਈ ਦਾ ਆਰਡਰਸ ਆਫ देयर ਪ੍ਰੈਜ਼ੀਡੈਂਟ, ਜੋ ਕਿ ਇੰਡੀਆ ਦੇ ਵਿੱਚ ਸ਼ਾਇਦ ਉਵੇਂ ਸਥਿਤੀ ਨਹੀਂ ਹੈਗੀ। ਇਹ ਵੀ ਇੱਕ ਫੈਕਟਰ ਹੈ। ਪਰ ਉਸ ਤੋਂ ਵੀ ਇਲਾਵਾ ਸਰ ਮੇਰਾ ਸਵਾਲ ਇੱਥੇ ਇਹ ਸੀਗਾ ਕਿ ਜਿਹੜੇ ਪੇਸ਼ੈਂਟਸ ਉੱਥੇ ਆਏ ਵੀ, ਜਿੰਨੇ ਵੀ ਆਏ, ਉਹਨਾਂ 'ਚ ਸਿੰਪਟੋਮੈਟਿਕ ਪੇਸ਼ੈਂਟਸ ਦੀ ਸੰਖਿਆ ਜਿਹੜੀ ਬਹੁਤ ਜ਼ਿਆਦਾ ਹੋਈ। ਖੈਰ ਇਹ ਇੱਕ ਅਕੈਡੈਮਿਕ ਨੇਚਰ ਦਾ ਸਵਾਲ ਹੈ, ਔਰ ਇੱਕ ਸਵਾਲ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਸਰ ਕਾਨਫਰੰਸ ਤੇ ਜਾਓ, ਸੈਮੀਨਾਰ ਤੇ ਜਾਓ, ਇੱਕ ਮੁੱਦਾ ਜ਼ਰੂਰ ਉਹਨਾਂ ਕੋਲੇ ਚੱਕਿਓ ਕਿ ਅੱਜ ਵੀ ਸਾਨੂੰ ਜੋ ਕਿਤਾਬਾਂ ਪੜ੍ਹਾਈਆਂ ਜਾ ਰਹੀਆਂ ਮੈਡੀਕਲ ਕਾਲਜਿਸ ਦੇ ਵਿੱਚ, ਜੋ ਸਾਨੂੰ ਰਿਸਰਚ ਦੱਸੀ ਜਾ ਰਹੀ ਹੈ, ਉਹ ਸਰ ਅਮਰੀਕਾ ਦੇ ਲੋਕਾਂ ਤੇ ਆਧਾਰਿਤ ਹੈ। ਅੱਜ ਇਹ ਗੱਲ ਤਾਂ ਸਾਬਤ ਹੋ ਗਈ ਕਿ ਸਾਡਾ ਜਿਹੜਾ ਖਾਣ ਪਾਨ ਹੈ, ਸਾਡੀ ਜਿਹੜੀ ਰੈਜ਼ਿਸਟੈਂਸ ਹੈ, ਸਾਡੀ ਜਿਹੜੀ ਇਮਿਊਨਿਟੀ ਹੈ, that is much better than those of citizens of USA। तो ਅੱਜ ਤੋਂ ਬਾਅਦ ਜਿਹੜੀਆਂ ਦਵਾਈਆਂ, ਜਿਹੜੇ ਕੁਝ ਇਲਾਜ ਸਾਡੇ ਹੋਣੇ ਆ, ਉਹ ਸਾਡੀ ਰਿਸਰਚ ਤੇ ਬੇਸਡ ਹੋਣੇ ਚਾਹੀਦੇ ਆ, ਸਾਡੀ ਬਾਡੀ ਦੇ ਟ੍ਰਾਇਲ ਹੋਣੇ ਚਾਹੀਦੇ ਆ, ਨਾ ਕਿ ਯੂਐਸਏ ਦੀਆਂ ਕਿਤਾਬਾਂ ਛਪ ਕੇ ਸਾਡੇ ਕੋਲੇ ਆਉਣ। ਸਾਡੇ ਇੰਡੀਆ ਦੇ ਵਿੱਚ ਇਹ ਕਿਤਾਬਾਂ ਹੋਣੀਆਂ ਚਾਹੀਦੀਆਂ, ਇੱਥੋਂ ਦੇ ਰਿਸਰਚ, ਔਰ ਅਸੀਂ ਆਉਣ ਵਾਲੇ ਸਟੂਡੈਂਟਸ ਨੂੰ ਸਿਖਾ ਸਕੀਏ ਕਿ ਐਸਾ ਕੀ ਕਾਰਨ ਸੀਗਾ ਕਿ ਉੱਥੇ ਇੰਨੇ ਲੋਕ ਮਰੇ, ਔਰ ਅਸੀਂ ਇੰਨੀਆਂ ਅਨਹਾਈਜੈਨਿਕ ਕੰਡੀਸ਼ਨਸ ਦੇ ਵਿੱਚ ਰਹਿੰਦੇ ਹੋਏ, ਇੰਨੇ ਘੱਟ ਮੈਡੀਕਲ ਇਨਫਰਾਸਟ੍ਰਕਚਰ ਦੇ ਵਿੱਚ ਰਹਿੰਦੇ ਹੋਏ, ਜਾਨਾ कम से कम साडा ਅੱਜ ਜਿਹੜਾ ਸਾਡਾ डेथ रेट है, फर्टिलिटी रेट है सर, इट्स लेस देन 3, इट्स अराउंड 2.5%। इससे भी अगर हम देखा जाए, मुझे लगता है इससे भी कम है। अगर सारे पेशेंट्स को देखा जाए, टोटल नंबर ऑफ जो कोविड-19 पेशेंट्स, अगर हम जो टेस्टिंग रेट ज्यादा बढ़ाया जाए, तो मैं कह रहा हूँ कि ऐसा हो रहा है कि अब हम जो ज्यादा रिसर्च जो हो रहा है, इंटरनेशनल जो रिसर्च हो रहा है, उसमें इंडियन पेशेंट्स को ज्यादा लिया जाता है। डायबिटीज रिसर्च में तो इंडियन पेशेंट्स अब ज्यादा लिया जाता है जो इंटरनेशनल। सो ਸਾਡੇ ਪੰਜਾਬ 'ਚ ਇਸ ਵੇਲੇ ਜਿਹੜੀਆਂ ਹੈਗੀਆਂ 2000 ਤੋਂ ਉੱਪਰ ਹੈ ਜਿਹੜੇ ਮਰੀਜ਼ ਹੋਏ, ਉਹਦੇ ਵਿੱਚੋਂ ਸਿਰਫ ਮੇਰਾ ਖਿਆਲ ਹੈ 10 ਜਾਂ 15% ਜਿਹੜੇ ਲੋਕ ਸੀ ਉਹ ਸਿੰਪਟਮਸ ਆਏ, ਬਾਕੀ ਸਾਰੇ ਅਸਿੰਪਟੋਮੈਟਿਕ। ਔਰ ਬਠਿੰਡਾ ਦੇ ਵਿੱਚ 43 ਮਰੀਜ਼ਾਂ ਦੇ ਵਿੱਚੋਂ 43 ਦੇ 43 ਅਸਿੰਪਟੋਮੈਟਿਕ। ਔਰ ਇੱਕ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜੇ ਨੇ, ਆਓ ਜਾਣੀਏ ਕੀ ਉਹਨਾਂ ਦਾ ਸਵਾਲ। ਸਰੋਤਾ ਦਾ ਸਵਾਲ ਜਾਣਦੇ ਹਾਂ ਜੀ ਆਪਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜਨਾਬ? ਸਤਿ ਸ੍ਰੀ ਅਕਾਲ ਜੀ ਅਰੋੜਾ ਸਰ, ਸਤਿ ਸ੍ਰੀ ਅਕਾਲ ਜੀ। ਕੌਣ ਬੋਲ ਰਹੇ ਜਨਾਬ? ਰਾਜੂ ਬੋਲਦਾ ਜੀ ਮਹਾਉਦਰ ਤੋਂ। ਹਾਏ 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 ਰਾਜੂ ਜੀ, ਨਾਮ ਬੜਾ ਪਿਆਰਾ ਹੈ। ਇਹ ਨਾਮ ਕੀ ਪਿਆਰਾ ਜੀ, ਮੈਂ ਤਾਂ ਕਦੇ ਕੌਲ ਹੀ ਨਹੀਂ ਲੱਗੀ ਕਿਸੇ ਪਰ। ਹਾਏ ਹਾਏ, ਹੁਣ ਫਰਮਾਇਸ਼ ਦਾ ਗੀਤ ਸੁਣਾਉਣਾ ਹੈ ਕਿ ਡਾਕਟਰ ਸਾਹਿਬ ਤੋਂ ਕੋਈ ਗੱਲ ਪੁੱਛਣੀ ਹੈ? ਗੀਤ ਨਹੀਂ ਸੁਣਨਾ ਜੀ, ਮੇਰਾ ਤਾਂ ਇਹ ਬਲੱਡ ਵਾਲਾ ਵੱਧਦਾ, ਬੀਪੀ ਵਾਲਾ ਹਾਈ ਰਹਿੰਦਾ ਜੀ। ਹਾਏ ਹਾਏ, ਹੁਣ ਅੱਜ ਦੇ ਵਕਤ ਤਾਂ ਬੀਪੀ ਬੂਪੀ ਕੰਟਰੋਲ ਕਰ ਲਓ ਵੀਰ ਜੀ। ਬੀਪੀ ਕਿਆ ਕੰਟਰੋਲ ਹੁੰਦਾ, ਫੋਨ ਹੀ ਨਹੀਂ ਮਿਲਦਾ ਜੀ। ਤੁਸੀਂ ਆਹ ਕਹਿ ਦੇਣਾ 15 ਦਿਨਾਂ ਤੋਂ ਮਲਾਇਆ ਕਰੋ, ਤੁਸੀਂ ਆਖੋਗੇ ਇਸ ਪ੍ਰੋਗਰਾਮ। ਆਪਾਂ ਫਰਮੈਸ਼ੀ ਗੀਤਾਂ ਦੀ ਗੱਲ ਫਰਮੈਸ਼ੀ ਗੀਤਾਂ 'ਚ ਕਰਾਂਗੇ। ਹੁਣ ਆਪਾਂ ਕੋਈ ਤੁਹਾਡੇ ਬੀਪੀ ਜੇ ਸੱਚੀ ਸਮੱਸਿਆ ਤਾਂ ਆਪਾਂ ਉਹਦੇ ਬਾਰੇ ਗੱਲ ਕਰ ਲਈਏ। ਹਾਂਜੀ ਕਰਾਓ ਜੀ ਡਾਕਟਰ ਸਾਹਿਬ ਨਾਲ ਗੱਲ। ਡਾਕਟਰ ਸਾਹਿਬ ਸਾਹਮਣੇ ਬੈਠੇ, ਬੋਲੋ, ਤੁਸੀਂ ਦਿਲ ਦੀ ਗੱਲ ਕਰੋ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। सत श्रीकाल जी, बताइए। ये बीपी वाला हाई रहता जी साहब। हाँ जी, तो एक तो ब्लड प्रेशर अगर आपका ज्यादा रहता है तो पहले चेकअप होना चाहिए, ब्लड प्रेशर कंट्रोल क्यों नहीं हो रहा है। और ब्लड प्रेशर की दवाई से कंट्रोल करना बहुत जरूरी है, क्योंकि ये देखा गया है कि अभी हम महामारी चल रही है कोविड-19 या कोरोना वायरस की। अगर ब्लड प्रेशर कंट्रोल नहीं रहेगा तो कोरोना वायरस अगर इन्फेक्शन होता है ब्लड प्रेशर मरीजों में, उसमें रिस्क ज्यादा रहता है कॉम्प्लिकेशन का। एक तो लंग्स को, तो ये ध्यान रखिए, ब्लड प्रेशर कंट्रोल रहना चाहिए और ब्लड प्रेशर की दवाइयां प्रॉपरली लीजिए आप। राजू जी डॉक्टर को गए हो कदे कि फ्री च सारोगे? मैं जी पिंड च ले लेना ना दवाई। ना करो माड़ा मोटा, माड़ा पिंड चों मर जा, बाहर आ गए डॉक्टर को जाओ ते दवाई लो। तुसी हुन पिंड च बाहर आ जाओ ना, हुन थोड़ा जा बाहर ही होना है। बाहर ही लॉकडाउन लग गया है, बाहर खुल गया। हुन लॉकडाउन सवेरे खुल जाता है, सवेरे 7 से 10% रिस्क है ब्लड प्रेशर पेशेंट्स का, जो अभी तक चाइना में या वर्ल्ड में जो है जिनका ब्लड प्रेशर ज्यादा रहता है उनसे कोरोना वायरस से लाइफ को रिस्क 7 to 10% है। ਗਵਾਂਢੀਆਂ ਦਾ ਕੋਈ ਕਾਰ ਤੇ ਆਉਂਦਾ ਹੋਵੇ ਨਾ ਮੁੰਡਾ, ਉਹਦੇ ਨਾਲ ਕਾਰ 'ਚ ਬਹਿ ਕੇ ਆ ਜਾਓ ਇੱਥੇ।
ਮੋਟਰਸਾਈਕਲ ਦੇ ਤਾਂ ਪਿੱਛੇ ਬੈਠਣ ਨਹੀਂ ਦੇਣਾ ਤੁਹਾਨੂੰ। ਗੋਲੀ ਲਿਖਾ ਦਿਓ ਜੀ, ਕੋਈ ਗੋਲੀ ਐ ਨਹੀਂ ਗੋਲੀ ਲਿਖਾਣੀ की फ्री च नहीं सारना। नहीं नहीं, फोन पे गोली नहीं लिखवा सकते हैं। प्रॉपर चेकअप के बाद ब्लड प्रेशर कंट्रोल करना बहुत जरूरी है इस टाइम बहुत जरूरी है। ठीक है ਸ਼ੁਕਰੀਆ ਜੀ ਕਾਲ ਕਰਨ ਲਈ। ਸੋ ਗੱਲ ਇਹ ਹੈ ਕਿ ਸਾਡੇ ਇੱਥੇ ਪਰਮਾਤਮਾ ਦੀ ਦਇਆ ਨਾਲ ਸਵਾਏ ਇੱਕ ਮਹਾਰਾਸ਼ਟਰ ਦੇ ਵਿੱਚ ਮੁੰਬਈ ਨੂੰ ਜੇਕਰ ਆਪਾਂ ਛੱਡ ਦਈਏ ਤਾਂ ਬਾਈ ਐਂਡ ਲਾਰਜ ਕਿਤੇ ਵੀ ਸਾਡੇ ਇਲਾਕੇ ਦੇ ਵਿੱਚ ਬੈੱਡਸ ਦੀ ਕੋਈ ਕਮੀ ਨਹੀਂ ਆਏਗੀ ਔਰ ਕਿਤੇ ਵੀ ਜੋ ਸਾਡੇ ਕੋਲੇ ਵੈਂਟੀਲੇਟਰਸ ਹੈ ਜਾਂ ਜਿਹਨੂੰ ਕਿ ਬਹੁਤ ਤੇਜ਼ੀ ਨਾਲ ਅਸੀਂ ਇਕਵਿਪ ਕੀਤਾ ਹਸਪੀਟਲਸ ਨੂੰ, ਉਹਦੀ ਵੀ ਕੋਈ ਦਿੱਕਤ ਹੈ ਜਿਹੜੀ ਬਹੁਤੀ ਨਹੀਂ ਆਏਗੀ। ਹਾਂ, ਦਿੱਲੀ ਦੇ ਵਿੱਚ ਔਰ ਮੁੰਬਈ ਦੇ ਵਿੱਚ ਅਸੀਂ ਇਸ ਕਿਸਮ ਦੀਆਂ ਜਿਹੜੀਆਂ ਪ੍ਰੋਬਲਮ ਸੁਣ ਰਹੇ ਹਾਂ, ਬਟ ਦੇਸ਼ ਦੇ ਹੋਰ ਕਿਸੇ ਹਿੱਸੇ 'ਚ ਇਸ ਕਿਸਮ ਦੀ ਜਿਹੜੀ ਫੋਰਚੂਨੇਟਲੀ ਸਮੱਸਿਆ ਨਹੀਂ ਹੈ, ਕਿਉਂਕਿ ਚਿੰਤਾ ਸਾਡੀ ਇਹੀ ਸੀ ਕਿ ਸਾਡੇ ਕੋਲੇ ਮੂਲ ਢਾਂਚਾ ਜਾਂ ਮੌਲਿਕ ਢਾਂਚਾ ਜਿਹੜਾ ਉਹ ਬਹੁਤ ਘੱਟ ਹੈ। ਸੋ ਗੱਲ ਕਰਦੇ ਪਏ ਸੀ ਅਸੀਂ ਕਿ ਜੇ ਆਲਰੇਡੀ ਕੋਈ ਬਿਮਾਰੀ ਹੋਵੇ ਤਾਂ ਕੋਵਿਡ-19 ਜੇਕਰ ਪੈ ਜਾਵੇ ਬੰਦੇ ਨੂੰ, ਇਨਫੈਕਟ ਕਰ ਦੇਵੇ, ਤਾਂ ਉਹ ਬਹੁਤ ਖਤਰਨਾਕ ਹੁੰਦਾ ਹੈ। ਡਾਕਟਰ ਸਾਹਿਬ, ਇੱਕ ਸਵਾਲ ਜ਼ਿਹਨ 'ਚ ਇਹ ਆਉਂਦਾ ਸੀਗਾ ਕਿ ਮੈਂ ਕੁਝ ਮਰੀਜ਼ਾਂ ਦਾ ਐਸਾ ਵੀ ਸੁਣਿਆ ਕਿ ਉਹਨਾਂ ਦੀ ਡੈਥ ਇਸ ਕਰਕੇ ਹੋ ਗਈ ਕਿ ਉਹਨਾਂ ਦੀ ਜਿਹੜੀ ਬਲੱਡ ਸ਼ੂਗਰ ਸੀਗੀ ਆਲ ਆਫ ਏ ਸਡਨ ਹਸਪੀਟਲ 'ਚ ਪਿਆਂ ਦੀ ਵੀ ਇੱਕਦਮ ਬਹੁਤ ਸ਼ੂਟ ਅਪ ਕਰ ਗਈ। ਇੱਕ ਲੇਮੈਨ ਦਾ ਸਵਾਲ ਸੀਗਾ, ਇੱਕ ਆਮ ਆਦਮੀ ਦਾ ਸਵਾਲ ਸੀਗਾ, ਜੇ ਹਸਪੀਟਲ 'ਚ ਪਏ ਮਰੀਜ਼ ਨੇ ਕੋਈ ਮਿੱਠੀ ਚੀਜ਼ ਖਾਧੀ ਹੋਈ ਨਹੀਂ ਗਈ ਤੇ ਫਿਰ ਬਲੱਡ ਸ਼ੂਗਰ ਇੰਨਾ ਕਿਵੇਂ ਸ਼ੂਟ ਅਪ ਕਰ ਗਿਆ ਸਰ? ਜਦੋਂ इन्फेक्शन होता है बॉडी में, किसी तरीके का इन्फेक्शन भी हो, बुखार आ जाए, इन्फेक्शन हो जाए, तो क्या होता है बॉडी विच अलग तरीके के हार्मोन्स होते हैं, वो हार्मोन्स बढ़ने की वजह से ब्लड शुगर शूट अप हो जाते हैं। तो उस टाइम हमें इंसुलिन की लोड पड़ती है, भले वो ड्रिप राहें दे इंसुलिन या सब कट स्किन के नीचे इंसुलिन देना पड़ता है और शुगर को कंट्रोल करना पड़ता है। तो शुगर जितना कंट्रोल रहेगा उतना कॉम्प्लिकेशंस और रिस्क कम रहेगा कोरोना वायरस का। और कभी कभी कुछ पेशेंट्स में शुगर एकदम डाउन भी हो सकता है क्योंकि पेशेंट प्रॉपरली खा नहीं पाता, तो हमें इंसुलिन और शुगर बार-बार चेक करके डोज सेट करना पड़ता है। ਯਾਨੀ ਕਿ ਸਾਡੇ ਕੋਲੇ ਬਹੁਤ ਵਧੀਆ ਹੈਲਥ ਕੇਅਰ ਹੋਵੇ ਤਾਂ ਹੀ ਅਸੀਂ ਇਸ ਕਿਸਮ ਦੇ ਮਰੀਜ਼ਾਂ ਨੂੰ ਅਸੀਂ ਬਚਾ ਸਕਦੇ ਹਾਂ। ਮੈਂ ਨਾ ਇਹ ਸੋਚ ਰਿਹਾ ਸੀ, ਮੈਂ ਪਿਛਲੇ ਲਗਭਗ 2 ਮਹੀਨਿਆਂ ਤੋਂ ਟੀਵੀ ਦੇ ਉੱਤੇ ਜਿਹੜੇ ਪ੍ਰੋਗਰਾਮਸ ਚੱਲ ਰਹੇ ਆ, ਬੜੇ ਐਕਸਪਰਟਸ ਉੱਥੇ ਆ ਰਹੇ ਆ, ਰੇਡੀਓ ਤੋਂ ਵੀ ਅਸੀਂ ਬਹੁਤ ਮਾਹਰਾਂ ਨਾਲ ਗੱਲਾਂ ਕਰ ਰਹੇ ਹਾਂ। ਅਸੀਂ ਇਸ ਚੀਜ਼ ਦੇ ਉੱਤੇ ਤਾਂ ਬਹੁਤ ਗਹਿਨ ਅਧਿਐਨ ਕਰ ਰਹੇ ਹਾਂ ਕਿ ਵਾਇਰਸ ਦਾ ਬਿਹੇਵੀਅਰ ਕਿਵੇਂ ਹੈ, ਕਿਉਂਕਿ ਸਾਨੂੰ ਰੋਜ਼ਾਨਾ ਕੋਈ ਨਵੀਂ ਗੱਲ ਪਤਾ ਲੱਗਦੀ ਹੈ। ਜਿਵੇਂ ਡਿਸਚਾਰਜ ਪਾਲਿਸੀ ਆਈ ਅੱਜ ਤੋਂ ਲਗਭਗ ਹਫ਼ਤਾ ਪਹਿਲਾਂ, ਉਸ ਤੋਂ ਸਾਨੂੰ ਪਤਾ ਲੱਗਿਆ। ਅੱਜ ਮੈਨੂੰ ਫਿਰ ਇਹ ਪੜ੍ਹਨ ਨੂੰ ਪਤਾ ਲੱਗਿਆ ਕਿ 6 ਫੀਟ ਦਾ ਫਾਸਲਾ ਵੀ ਕਾਫੀ ਨਹੀਂ ਹੈਗਾ। ਜੇ ਕੋਈ ਇਨਫੈਕਟਡ ਬੰਦਾ ਸਨੀਜ਼ ਕਰਦਾ ਤਾਂ 20 ਫੁੱਟ ਤੱਕ ਵੀ ਉਹ ਇਨਫੈਕਟ ਹੈ ਜਿਹੜਾ ਉਹ ਕਰ ਸਕਦਾ ਹੈ। ਸੋ ਇਹ ਗੱਲਾਂ ਦਾ ਸਿਲਸਿਲਾ ਮੈਂ ਜਾਰੀ ਰੱਖੂੰਗਾ, ਪਰ ਇੱਕ ਕਾਲ ਲੈਣ ਤੋਂ ਬਾਅਦ ਇੱਕ ਸਰੋਤਾ ਸਾਡੇ ਨਾਲ ਜੁੜੇ ਹੈ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਜਨਾਬ? ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਵਤਾਰ ਸਿੰਘ ਗੰਦਾਰਾ ਮਲੋੜ ਦੇ ਕੋਲੋਂ ਬੋਲ ਰਿਹਾ ਜੀ। ਕੀ ਬਾਤ ਹੈ ਅਵਤਾਰ ਸਿੰਘ ਜੀ, ਸਾਡੇ ਪਿੰਡ ਦੇ ਨੇੜੇ ਦੀ ਬੋਲੀ ਜਾਂਦੇ ਤੁਸੀਂ। ਹਾਂਜੀ, ਹੁਕਮ ਕਰੋ। ਹਾਂਜੀ, ਮੈਨੂੰ ਜੀ ਮੈਂ ਬਾਈਪਾਸ ਸਰਜਰੀ ਕਰਾਈ ਸੀ ਤੇ ਸ਼ੂਗਰ ਵੀ ਮੈਨੂੰ ਹੈ, ਬਲੱਡ ਪ੍ਰੈਸ਼ਰ ਵੀ ਹੈ। ਉਹਦੇ ਬਾਰੇ ਡਾਕਟਰ ਨੇ ਉਮਰ ਕਿੰਨੀ ਹੈ ਤੁਹਾਡੀ? ਉਮਰ ਕਿੰਨੀ ਹੈ? ਹਾਂਜੀ, ਉਮਰ ਕਿੰਨੀ ਹੈ ਤੁਹਾਡੀ? ਉਮਰ ਤਾਂ ਮੈਂ ਜੀ 80 ਦੇ ਕਰੀਬ ਹੈ ਜੀ। ਕੀ ਬਾਤ ਹੈ, ਤਾਂ ਬੋਨਸ ਪੀਰੀਅਡ ਚੱਲਦਾ ਪਿਆ, ਮਸਤੀ ਮਾਰੋ, ਪ੍ਰਵਾਹ ਨਾ ਕਰੋ। ਹਾਂਜੀ ਡਾਕਟਰ ਸਾਹਿਬ। ਤੇ ਇੱਕ ਇਥੋਂ ਮਤਲਬ ਪੀਜੀਆਈ ਚੋਂ ਤੇ ਇੱਕ ਮੇਰੇ ਉਹ ਪਿੱਤਾ ਕਢਾਇਆ, ਇੱਕ ਹੋਰ ਮਾਰਿਆ। ਡਾਕਟਰ ਸਾਹਿਬ ਤੁਹਾਨੂੰ ਮੁਖਾਤਬ ਹੁੰਦੇ। ਹਾਂਜੀ, ਸੈਰ ਕਰਕੇ ਆਉਣਾ, ਵੈਸੇ ਮੈਨੂੰ ਕੋਈ ਤਕਲੀਫ। ਚਲੋ ਡਾਕਟਰ ਸਾਹਿਬ ਤੁਹਾਡਾ ਦੱਸੋ, ਕੁਐਸਚਨ ਕੀ ਆਪਕਾ ਦੱਸੋ, ਸਵਾਲ ਕੀ ਹੈ ਸਰ? ਸਵਾਲ ਤਾਂ ਵੀ ਠੀਕ ਆ, ਮੈਂ ਕਿਤੇ ਹੋਰ ਕੋਈ ਦਵਾਈ ਦੂ ਲਵਾਂ ਕਿ ਨਾ? ਜਿਹੜੀਆਂ ਦਿੱਤੀਆਂ ਮੈਨੂੰ ਨਾ ਉਹਨੇ ਡਾਕਟਰ ਸਾਹਿਬ ਨੇ 5-6 ਦਵਾਈਆਂ ਦਿੱਤੀਆਂ, ਅੱਜ 15 ਸਾਲ ਹੋ ਗਏ ਉਹੀ ਖਾਈ। ਉਹ 5-6 ਦਵਾਈਆਂ ਨਾਲ ਕਾਇਮ ਹੋ ਨਾ ਤੁਸੀਂ? ਤੂੰ ਆ ਦੇ ਨਾ 80 ਸਾਲ ਨੂੰ ਬਿਮਾਰੀ। ਸਰ 5-6 ਦਵਾਈਆਂ ਜਿਹੜੀਆਂ ਖਾ ਰਹੇ ਹੋ ਉਹਦੇ ਨਾਲ ਤੰਦਰੁਸਤ ਹੋ ਕਿ ਨਹੀਂ? ਜਮਾਂ ਤੰਦਰੁਸਤ। ਤੇ ਫਿਰ ਆਪਾਂ ਡਾਕਟਰ ਤੋਂ ਹੁਣ ਕੀ ਆਪਾਂ ਟਿੰਡੇ ਲੈਣੇ? ਆਪਾਂ ਚੰਗੇ ਘਰੇ ਬੈਠੋ ਆਦਾ ਮਸਤੀ ਮਾਰੋ। शुक्रिया, सत श्री अकाल। एक गल सुनो, ये जी डॉक्टर साहब की गल सुन लो। देखो, आपको डायबिटीज भी है, ब्लड प्रेशर भी है, हार्ट प्रॉब्लम भी है, तो सारी प्रॉब्लम्स हैं। तो आपको अभी सबसे कोरोना वायरस से बचना है, तो 2 मीटर की दूरी भी रखनी है, मास्क भी यूज करना है, नाल हैंड हाइजीन का ध्यान रखना है। तो सारी चीजें जो आजकल न्यूज में भी बता रहे हैं, तो बस अपना घर पे रहे, बाहर नहीं निकले। आपको सबसे ज्यादा रिस्क है, अगर इन्फेक्शन लग गया तो कंट्रोल करना मुश्किल होगा। ठीक है वीर जी। बड़े बंदे ज्यादा बोर करते बाहर सड़कों ते मैं देखदा हुन्ना बाहर सोशल डिस्टेंसिंग ਨੂੰ ਸਭ ਤੋਂ ਜ਼ਿਆਦਾ ਜਿਹੜੀ ਉਲੰਘਣਾ ਹੈ ਨਾ ਉਹ ਸੀਨੀਅਰ ਸਿਟੀਜ਼ਨ। ਮੈਂ ਦੋਆਚਾਰ ਨੂੰ ਬੇਨਤੀ ਵੀ ਕੀਤੀ, ਮੈਂ ਕਿਹਾ ਤੁਹਾਡਾ ਤਾਂ ਬਹੁਤ ਜ਼ਰੂਰੀ ਹੈ ਫਾਸਲੇ ਰੱਖਣੇ, ਤੁਸੀਂ ਕਿਉਂ ਵਿੱਚ ਵੜੀ ਜਾਂਦੇ ਹੋ? ਤੁਸੀਂ ਬਸ ਧਿਆਨ ਰੱਖੋ, ਸਿਹਤ ਯਾਫਤਾ ਰਹੋ ਜਨਾਬ, ਵਧੀਆ ਰਹੋ। ਸਾਡੀ ਇਹੀ ਅਰਦਾਸ ਹੈ ਪ੍ਰਮਾਤਮਾ ਨੂੰ। ਸਤਿ ਸ਼੍ਰੀ ਅਕਾਲ। ਪਿਆਰ ਭਾਈ, ਸਤਿ ਸ੍ਰੀ ਅਕਾਲ। ਜੀ। ਸੋ ਗੱਲ ਮੈਂ ਇਹ ਕਰ ਰਿਹਾ ਸੀਗਾ ਕਿ ਜਿੰਨੇ ਵੀ ਮਾਹਰ ਆਏ ਸਾਡੇ ਕੋਲੇ ਉਹ ਇਹ ਕਹਿੰਦੇ ਰਹੇ ਕਿ ਇਸ ਤੋਂ ਬਚਣਾ ਕਿਵੇਂ ਹੈ, ਕੀ ਇਹਦੇ ਲੱਛਣ ਹੈ, ਕੀ ਸਾਵਧਾਨੀ ਹੈ। ਸਰ ਇੱਕ ਵੀ ਮੈਂ ਕਿਸੇ ਟਾਕ 'ਚ ਇਹ ਨਹੀਂ ਸੁਣਿਆਗਾ ਕਿ ਹਾਊ ਟੂ ਪ੍ਰੀਪੇਅਰ ਟੂ ਫੇਸ ਦਿਸ ਪ੍ਰੋਬਲਮ, ਯਾਨੀ ਅਸੀਂ ਇਸ ਗੱਲ ਲਈ ਤਿਆਰ ਹੋਈਏ, ਕਿਵੇਂ ਹੋ ਸਕਦੇ ਹਾਂ ਅੱਜ ਕਿ ਜੇਕਰ ਇਹ ਸਾਨੂੰ ਹੋ ਜਾਵੇ
ਤਾਂ ਅਸੀਂ ਇਸ ਨੂੰ ਸਰਵਾਈਵ ਕਰ ਸਕੀਏ। ਸਰ ਇਸ ਤਰ੍ਹਾਂ ਦਾ ਕੋਈ ਵੀ ਮੈਨੂੰ ਟਾਕ ਹੈ ਜਿਹੜੀ ਹੋ ਸਕਦਾ ਆਈ ਹੋਵੇ ਬਟ ਮੈਂ ਮਿਸ ਕੀਤੀ ਹੋਵੇ, ਕਿਉਂ ਨਾ ਅਸੀਂ ਅੱਜ ਇਹ ਗੱਲ ਕਰੀਏ ਕਿ ਅਸੀਂ ਆਪਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ, ਕਈ ਵਾਰੀ ਅਣਜਾਣਤਾ ਦੇ ਵਿੱਚ ਸਾਡੇ ਬਿਨਾਂ ਗਲਤੀ ਤੋਂ ਸਾਨੂੰ ਜੇ ਕੋਈ ਇਨਫੈਕਸ਼ਨ ਦੇ ਜਾਵੇ ਤਾਂ ਅੱਜ ਜੇ ਅਸੀਂ बॉडी ਨੂੰ प्रिपेयर करना होवे, इज इट पॉसिबल सर? बिल्कुल। अगर मैं अपनी एग्जांपल देता हूँ, मान लो अगर मैं एक अभी यंग पेशेंट हूँ, तो अगर मान लो मुझे एक्वायर हो गया, मैं हॉस्पिटल में रहता हूँ, मुझे इन्फेक्शन हो गया, तो अब मैं घर जाके मेरे पेरेंट्स हैं, उनको डायबिटीज़ है, उनका एल्डरली मतलब एज ज़्यादा है, तो मैं नहीं चाहूँगा कि उनको इन्फेक्शन हो, तो मुझे घर जाके खुद को सेल्फ आइसोलेशन करना पड़ेगा, अपना अलग रूम यूज़ करना पड़ेगा, अपना वॉशरूम अलग रखना पड़ेगा, अपने बर्तन कपड़े अलग रखने पड़ेंगे। तो जो मेरा केयर टेकर है उसको बताना पड़ेगा, हैंड हाइजीन, प्रॉपर मास्क यूज़ करना पड़ेगा, अच्छा खाना, हेल्दी खाना लेना पड़ेगा, अपनी इम्यूनिटी को प्रॉपर रखना पड़ेगा। तो ऐसा डरने की बात नहीं है। अगर मुझे इन्फेक्शन हो गया तो मुझे डरना नहीं है। मुझे अपना अच्छा डाइट मीन्स जिसमें इम्यूनिटी स्ट्रांग होती है, विटामिन सी फ्रूट्स जैसे होते हैं, साइट्रस फ्रूट्स हैं, उनका इस्तेमाल करना, हाइड्रेशन प्रॉपर रखना, कोई थोड़ा बोरा बुखार हो उसके लिए सिम्टोमेटिक ट्रीटमेंट रखना, सिंपल जुकाम के लिए जो दवाइयां लेते हैं, और अगर सिम्टम ज्यादा सीरियस हो जाते हैं तो प्रॉपर हॉस्पिटल या जो सर्वेलेंस ऑफिसर होता है उनसे कांटेक्ट करना, तो वो एक सिंपल तरीका है। मेरा सवाल ਇਹਦਾ ਸਪਲੀਮੈਂਟਰੀ ਹੈ ਬਟ ਮੈਂ ਇੱਕ ਸਰੋਤੇ ਦੀ ਕਾਲ ਲਵਾਂਗਾ। ਹੈਲੋ ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ੍ਰੀ ਅਕਾਲ ਜੀ। ਕੌਣ ਬੋਲ ਰਹੇ ਹਜ਼ੂਰ? ਮੈਂ ਸ਼ੇਰਗੜ੍ਹ ਤੋਂ ਬੋਲਦਾ ਜੀ, ਹਰਦੇਵ ਸਿੰਘ। ਹਾਂਜੀ ਇਸਦਾ ਹਰਦੇਵ ਸਿੰਘ ਜੀ, ਕੀ ਹਾਲ ਚਾਲ ਹੈ ਤੁਹਾਡੇ? ਸਿਹਤਾਂ ਕਾਇਮ ਹੈ ਕਿ ਕੋਈ ਪ੍ਰੋਬਲਮ ਹੈ? ਸਿਹਤਾਂ ਦਾ ਕਾਇਮ ਹੈ ਜੀ। ਪ੍ਰੋਬਲਮ ਹੈਗੀ ਜੀ ਮੈਨੂੰ, ਆਪਣਾ ਮੇਰਾ ਸਾਰਾ ਸਰੀਰ ਜਾਂ ਹੱਥ ਪੈਰ ਸੋਜਾ ਆਇਆ ਪਿਆ ਜੀ। ਸੋਜਾ ਆਇਆ ਪਿਆ। ਤੇ ਉਮਰ ਕਿੰਨੀ ਹੈ ਤੁਹਾਡੀ? ਉਮਰ ਮੇਰੀ ਆਪਣਾ ਜੀ 60 ਸਾਲ ਹੈ। 60 ਸਾਲ ਹੈ। ਹੋਰ ਕੋਈ ਸਵਾਲ? ਡਾਕਟਰ ਸਾਹਿਬ ਤੁਹਾਡੀ ਗੱਲ ਸੁਣਦੇ ਪਏ, ਤੁਹਾਡੀ ਗੱਲ ਦਾ ਜਵਾਬ ਦੇਣਗੇ। ਕੋਈ ਹੋਰ ਵੀ ਲੱਛਣ ਹੈ ਤਾਂ ਇਹਨਾਂ ਨੂੰ ਦੱਸ ਦਿਓ। ਮੈਂ ਜੀ ਆਪਣਾ ਖੂਨ ਟੈਸਟ ਕਰਾਇਆ ਸੀਗਾ। ਖੂਨ ਟੈਸਟ ਦੇ ਵਿੱਚ ਨਾ ਤਾਂ ਜੀ ਆਪਣਾ ਗੁਰਦੇ ਟੈਸਟ ਕਰਾਏ ਸੀ, ਗੁਰਦਿਆਂ ਦੇ ਵਿੱਚ ਗੁਰਦੇ ਵੀ ਸਹੀ ਆਉਂਦੇ ਆ, ਨਾ ਕੋਈ ਇਨਫੈਕਸ਼ਨ ਆਉਂਦੀ ਹੈ ਜੀ, ਤੇ ਖੂਨ ਥੋੜਾ ਜਿਹਾ ਘੱਟ ਹੈ ਜੀ ਆਪਣਾ, ਕੋਈ ਬਿਮਾਰੀ ਕੋਈ ਨਹੀਂ ਆਉਂਦੀ ਜੀ। ਖੂਨ ਘੱਟ ਆਉਂਦਾ ਹੈ? हाँ जी। डॉक्टर साहब ਤੁਹਾਡੇ ਨਾਲ ਗੱਲ ਕਰਦੇ, ਤੁਹਾਡੀ ਗੱਲ ਦਾ ਜਵਾਬ ਦੇਣਗੇ। जी डॉक्टर साहब। ठीक है जी। एंड सूजन सारी शरीर में अगर आ रही हैं तो उसके अलग अलग वजह हो सकते हैं, जैसे आपने बताया गुर्दे में भी नुकसान हो सकता है, गुर्दे में नुक्स हो सकता है। गुर्दे कहते ठीक है। हाँ वही मैं कह रहा हूँ, हार्ट की पंपिंग अगर कम हो उसमें भी प्रॉब्लम हो सकती है। बट आप बता रहे हैं कि खून की कमी है, तो एक मर्द आदमी में खून की कमी नहीं होनी चाहिए, तो आप अपना लिवर का चेक कराएं, हो सकता है लिवर में तकलीफ हो। क्या आप शराब लेते थे पहले? शराब का सेवन करते थे? जी शराब पीते सी पहले? हाँ जी। नहीं जी। हाँ, फिर भी अपना लिवर का टेस्ट कराएं। लिवर की खराबी की वजह से खून की कमी भी हो सकती है, प्रोटीन की कमी हो जाती है, उस वजह से भी सारी शरीर में सूजन हो सकती है। अपना थायराइड का चेकअप भी कराना चाहिए। तो आप अपने प्रॉपर डॉक्टर से मिलिए, अपना प्रॉपर चेक करिए। खाली किडनी की वजह से ही सारी सूजन नहीं आती, थायराइड, लिवर, जिगर, लिवर का टेस्ट और अपने हार्ट का चेकअप भी होना चाहिए। प्रॉपर चेकअप के बाद ही पता चलेगा किस वजह से आपको प्रॉब्लम है। ठीक है जी। ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਗੱਲ ਆਪਣਾ ਸਪਲੀਮੈਂਟਰੀ ਕੁਐਸਚਨ ਇਹ ਸੀਗਾ ਕਿ ਜਿਵੇਂ ਫੇਫੜਿਆਂ ਦੀ ਆਪਾਂ ਗੱਲ ਕਰਦੇ ਹਾਂ, ਤਾਂ ਕੀ ਅਸੀਂ ਇਹ ਸੋਚੀਏ ਕਿ ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਕਿਉਂ ਨਾ ਅਸੀਂ ਅੱਜ ਸੈਰ ਹੈ ਜਿਹੜੀ ਜਿਸ ਨਹੀਂ ਕਰ ਰਹੇ ਸੀ ਤਾਂ ਅਸੀਂ ਸ਼ੁਰੂ ਕਰ ਦਈਏ, ਹੈ ਨਾ? ਐਕਸਰਸਾਈਜ਼, ਵਰਕਆਊਟ, ਬੇਸ਼ੱਕ ਆਪਣੀ ਸਾਰੀਆਂ ਸਾਵਧਾਨੀਆਂ ਰੱਖਦੇ ਹੋਏ ਮੈਂ ਅੱਜ ਵਰਕਆਊਟ ਵਧਾ ਦਿਆਂ, ਤਾਂ ਕੀ ਇਹ ਗੱਲ ਸੰਭਵ ਹੈ ਕਿ ਅਗਲੇ 1.5-2 ਮਹੀਨੇ ਦੇ ਵਿੱਚ ਆਈਲ ਬੀ ਇਨ ਅ ਬੈਟਰ ਕੰਡੀਸ਼ਨ? ਮਤਲਬ ਮੈਂ 40-45 ਦਿਨਾਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਐਕਸਰਸਾਈਜ਼ ਵਧਾਤੀ, ਵਰਕਆਊਟ ਵਧਾਤਾ, ਤਾਂ ਕੀ ਮੈਂ ਇਸ ਬਿਮਾਰੀ ਨਾਲ ਨਜਿੱਠਣ ਲਈ, ਫੇਸ ਕਰਨ ਲਈ ਜੇ ਇਨਫੈਕਸ਼ਨ ਮੈਨੂੰ ਹੁੰਦੀ ਹੈ, ਕੀ ਮੈਂ ਐਡਵਾਂਟੇਜਸ ਪੋਜੀਸ਼ਨ 'ਚ ਹੋਊਂਗਾ, ਬਿਹਤਰ ਹੋਊਂਗਾ, ਜਾਂ ਇਹ ਮਹੀਨੇ ਕੁ ਦਾ ਹੁਣ ਕੋਈ ਫਰਕ ਨਹੀਂ ਪੈਂਦਾਗਾ ਜੇ ਫੇਫੜੇ ਜਿਹੜੇ ਸਟਰੋਂਗ ਹੋਣੇ ਸੀ ਉਹ ਤਾਂ ਹੋ ਲਏ? नहीं, ऐसा फर्क तो क्यों नहीं पड़ेगा। मैं इट इज नेवर टू लेट। मैं ये गल ਤਾਂ ਸ਼ੁਰੂ ਕੀਤੀ ਕਿਉਂਕਿ ਮੈਂ ਕੁਝ ਇੱਕ ਯੰਗਸਟਰਸ ਨੂੰ ਜਾਣਿਆ ਜਿਹੜੇ ਬੜੇ ਲਿਥਾਰਜਿਕ ਜੇ ਸੁਸਤ ਜੇ ਬੰਦੇ ਸੀ, ਉਹਨਾਂ ਨੇ ਇੱਕ ਐਂਗਜ਼ਾਇਟੀ ਫੈਕਟਰ 'ਚ ਹੀ ਕਹੋ ਕਿ ਉਹਨਾਂ ਨੇ ਰਨਿੰਗ ਸ਼ੁਰੂ ਕਰਤੀ, ਬਹੁਤ ਹਾਰਡ ਵਰਕਆਊਟ ਸ਼ੁਰੂ ਕਰਤੇ, ਔਰ ਡਾਈਟ ਵੀ ਆਪਣੀ ਜਿਹੜੀ ਹੈ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਲੱਗਿਆ ਕਿ ਯਾਰ ਇਹ ਬਿਮਾਰੀ ਤੋਂ ਨਹੀਂ ਬਚਿਆ ਜਾਣਾ, ਅਸੀਂ ਘਰ ਨਹੀਂ ਟਿਕ ਸਕਦੇਗੇ, ਅਸੀਂ ਬਿਮਾਰੀ ਤਾਂ ਸਾਨੂੰ ਹੋਣੀ ਹੈ, ਤੇ ਕਿਉਂ ਨਾ ਇਹਦੀ ਤਿਆਰੀ ਕਰ ਲਈਏ। ਮੈਂ ਇਹਦਾ ਜਵਾਬ ਤੁਹਾਡੇ ਤੋਂ ਲਵਾਂਗਾ। ਪਹਿਲਾਂ ਆਪਾਂ ਸਰੋਤੇ ਦੇ ਸਵਾਲ ਦਾ ਜਵਾਬ ਲੈ ਲਈਏ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? हाँ सत श्री अकाल जी, अरोड़ा साहब महेंद्र सचदेवा बोलते हैं डबली तो। जी महेंद्र सचदेवा जी, की हाल चाल है? बढ़िया बढ़िया सर जी जनाब। डॉक्टर साहब नमस्कार। नमस्कार। सवाल पूछो जनाब। आजकल जैसे हम देखते हैं कि मीडियम क्लास फैमिली जो है एसी में सोना पसंद करती है, सब सोना पसंद करते हैं, लेकिन मीडियम क्लास फैमिली की ये प्रॉब्लम होती है कि एक ही एसी होता है और सारी फैमिली उसमें सोती है। बिल्कुल। और कोरोना डिजीज के कारण जो है फैमिली के हम दो, हमारे दो, वो तो घर पे रहते हैं, और एक जो
वर्किंग करता है बंदा वो फील्ड पे जाता है और वो आने के बाद में वो बंदा उसी रूम में एंटर करता है, जी जी उससे पहले वो नहा लेता है, कपड़े चेंज कर लेता है, क्या वो ठीक है? जी डॉक्टर साहब। हाँ जी, पहली बात इंडियन कल्चर और इंडियन जिस तरह से है, हम जॉइंट फैमिलीज होती हैं, तो जी अब कोई वर्किंग पर्सन है जो ऑफिस जाता है, बाहर जाता है, तो इसीलिए हम बोलते हैं कि जैसे जो वर्किंग पर्सन है बाहर जाने के बाद उसका दायित्व बनता है, उसकी जिम्मेवारी बनती है, बाहर जाने के बाद वो अपना केयर करे, अपनी सोशल डिस्टेंसिंग, हैंड हाइजीन और रेस्पिरेटरी हाइजीन, प्रॉपर मास्क यूज करे, सोशल डिस्टेंसिंग मीन्स फिजिकली दूर रहें, 2 मीटर की दूरी बना के रखें, और आने के टाइम अपने कपड़े जैसे भी प्रॉपर बाहर रखें, उसको प्रॉपरली वॉश किया जाए या धूप में रखें जैसे, और साथ में हैंड वॉश करने के बाद प्रॉपरली या अंदर आएं। तो अगर वो अपना केयर करें तो बाकी लोगों को इन्फेक्ट नहीं करेगा, क्योंकि वो तो हम चेंज नहीं कर सकते। अगर हमारे पास एक या दो कहना डॉक्टर ਸਾਹਿਬ ਕਿ ਰੱਬ ਨਾ ਕਰੇ, ਕਿਉਂਕਿ ਅਸੀਂ ਤਾਂ ਆਪਦੀਆਂ ਸਾਵਧਾਨੀਆਂ ਰੱਖ ਲੀਆਂ, ਪਰ ਫਿਰ ਵੀ ਜਿਹੜੇ ਲੋਕਾਂ ਨੂੰ ਹੋਇਆ, ਬੜੇ ਜ਼ਿੰਮੇਵਾਰ ਲੋਕਾਂ ਨੂੰ ਹੋਇਆ, ਔਰ ਸੰਸਾਰ ਦੇ ਸਭ ਤੋਂ ਵਰਿਸ਼ਟ ਜਿਹੜੇ ਵਾਇਰੋਲੋਜਿਸਟ ਸੀਗੇ, ਲਿਮਕਿਨ ਜਾਂ ਕੁਛ ਇਦਾਂ ਦਾ ਨਾਮ ਹੈ, ਜਿਨ੍ਹਾਂ ਨੂੰ ਇਸ ਤੋਂ ਵੱਧ ਜੇ ਉਹ ਇਨਫੈਕਸ਼ਨ ਤੋਂ ਨਹੀਂ ਬਚੇਗੇ ਤੇ ਫਿਰ ਆਮ ਆਦਮੀ ਮਹਿੰਦਰ ਸਚਦੇਵਾ ਜੀ ਹੋਏਗਾ, ਰਾਜੀਵ ਅਰੋੜਾ ਜੀ ਹੋਏ, ਤੇ ਜਿੰਨੀ ਮਰਜ਼ੀ ਸਾਵਧਾਨੀਆਂ ਰੱਖ ਲਈ ਅਸੀਂ, ਤੇ ਕਿਤੇ ਨਾ ਕਿਤੇ ਜੇ ਰੱਬ ਨਾ ਕਰੇ ਅਸੀਂ ਇਦਾਂ ਦਾ ਕੁਝ ਲਿਆ ਹੀ ਬਾਹਰੋਂ। एल्डरली जो डायबिटीज पेशेंट है, जी 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 अरोड़ा जी, इस तरह है ना, ਅਸੀਂ आके सारे अपने कपड़े वगैरह सब चेंज करते, ਠੀਕ ਹੈ ਨਾ ਜੀ, ਅਸੀਂ ਐਂ ਸਮਝ ਲਓ ਕਿ ਆਈਸੋਲੇਟ ਹੀ ਹੋ ਗਏ, ਘਰੇ ਆ ਕੇ ਆਪਦਾ ਰੂਮ ਦੇ ਵਿੱਚ, ਲੇਕਿਨ ਬਾਕੀ ਫੈਮਿਲੀ ਤਾਂ ਸਾਰਾ ਦਿਨ ਜਿਹੜਾ ਹੈਗਾ ਆਪਣੇ ਘਰ ਦੇ ਉਹਦਾ ਦੇਖੋ ਹੱਲ ਡਾਕਟਰ ਸਾਹਿਬ ਨੇ ਪਹਿਲਾਂ ਤੁਹਾਡੇ ਇਸ ਕਾਲ ਤੋਂ ਪਹਿਲਾਂ ਇਹੀ ਦੱਸਿਆ ਸੀਗਾ, ਜੇ ਕਿਤੇ ਆਪਾਂ ਸ਼ੱਕੀ ਹੈਗੇ ਆ ਇਸ ਗੱਲ ਦੇ ਵਿੱਚ ਕਿ ਯਾਰ ਮੇਰਾ ਐਕਸਪੋਜ਼ਰ ਕਿਤੇ ਹੋ ਗਿਆ ਬਾਹਰ, ਜਾਂ ਆਪਣਾ ਲਾਈਫ ਸਟਾਈਲ ਹੀ ਏਦਾਂ, ਆਪਾਂ ਕੋਈ ਡਾਕਟਰ ਹੈ ਜਾਂ ਕੋਈ ਇਸ ਇਦਾਂ ਦੇ ਪ੍ਰੋਫੈਸ਼ਨ 'ਚ ਜਿੱਥੇ ਸਾਡਾ ਐਕਸਪੋਜ਼ਰ ਹੋ ਰਿਹਾ, ਈਵਨ ਸਾਡੇ ਬੈਂਕਾਂ 'ਚ ਕੰਮ ਕਰਨ ਵਾਲੇ ਵੀਰ ਆ, ਉਹਨਾਂ ਦਾ ਬਹੁਤ ਐਕਸਪੋਜ਼ਰ ਹੋ ਰਿਹਾ, ਤਾਂ ਫਿਰ ਉਹਦਾ ਹੱਲ ਇਹੀ ਹੈ ਵੀ ਏਸੀ 2 ਚਲਾਓ ਜਨਾਬ, ਏਸੀ 2 ਹੱਲ ਨਹੀਂ। ਜਾਂ ਫਿਰ ਜਿਹੜਾ ਤੁਹਾਡੇ ਵਰਗਾ ਹੁਣ ਬਾਹਰੋਂ ਆਉਂਦਾ ਹੈ ਕੋਈ, ਉਹ ਪਰਲੇ ਪਾਸੇ ਕੂਲਰ 'ਚ ਪੈ ਜਾਊਗਾ 2 ਮਹੀਨੇ, ਤਾਂ ਕੀ ਹੈ। नहीं, कम से कम जो घर में अगर डायबिटीज पेशेंट है, हार्ट पेशेंट है, एल्डरली पेशेंट है, उनको तो अलग करना ही पड़ेगा आपको। हाँ, उनको रिस्क है, उनको तो अलग करना ही पड़ेगा आपको, भले वो उनके पास एसी ना हो, फैन चलाएं या कूलर चलाएं, और वैसे भी एसी का टेम्परेचर 24 से 30 के बीच में रखें, 24 से ऊपर रखें, और ह्यूमिडिटी का लेवल ना 18 ਤੇ ਰੱਖ ਕੇ ਰਜਾਈ ਲੈ ਕੇ ਸੌਂਦੀ ਹੈ। ਅੱਛਾ ਜੀ, ਤੁਹਾਡੀ ਉਮਰ ਕਿੰਨੀ ਹੈ? ਮੇਰੀ ਸਰ 52। ਸਰ ਤੁਸੀਂ ਵੀ ਉਸ ਜਨਰੇਸ਼ਨ ਨੂੰ ਮੇਰੀ ਤਰ੍ਹਾਂ ਬਿਲੋਂਗ ਕਰਦੇ ਹੋ ਜਦੋਂ ਖੁੱਲੀ ਛੱਤ ਤੇ ਮੰਜਾ ਢਾ ਕੇ ਪੈਣ ਦਾ ਉਹ ਰਿਵਾਜ ਸੀਗਾ, ਹਨਾ ਜੀ। ਮੱਛਰ ਪਤਾ ਹੈ, ਨਹੀਂ ਹੁਣ ਮੱਛਰ ਲੂ ਚ ਹੈ ਨਹੀਂਗੇ, ਐ ਨਾ ਕਰੋ, ਮੈਂ ਮੱਛਰ ਹੁਣ ਹੈ ਨਹੀਂਗਾ ਲੂ ਚ, ਹੁਣ ਤੁਸੀਂ ਨਾ ਬਾਹਰੋਂ ਆ ਕੇ ਉੱਤੇ मच्छर से डेंगू मलेरिया हो जाएगा। ਨਹੀਂ ਡੇਂਗੂ ਵਾਲਾ ਮੱਛਰ ਛੱਤ ਤੇ ਨਹੀਂ ਚੜਦਾਗਾ, ਪਹਿਲੀ ਗੱਲ ਇਹ ਸੁਣੋ। ਨਹੀਂ ਥੋੜਾ ਜੀ, ਇੱਥੇ ਬਾਂਦਰ ਵੀ ਬਹੁਤ ਹੈ। बंदर ਹੁਣ ਇਹਦਾ ਤਾਂ ਹੁਣ ਮੈਂ ਕੀ ਹੱਲ ਕੱਢੂੰਗਾ। ਹੁਣ ਨਾ ਵਾਤਾਵਰਨ ਬਿਲਕੁਲ ਸ਼ੁੱਧ ਸਾਫ਼ ਹੈ, ਹੁਣ ਓਪਨ ਚ ਪੈਣ ਦਾ ਸਵਾਦ ਹੀ ਆਪਣਾ ਹੈ। नहीं, बिल्कुल सही कहा। ਠੀਕ ਹੈ ਨਾ, ਜਿਹੜਾ ਆਪਣਾ ਬੈਕ ਟੂ ਜਿਹੜਾ ਆਪਣਾ ਲਾਈਫ ਜਿਹੜੀ ਹੈ ਵਾਪਸ ਜਾ ਰਹੇ ਹਾਂ ਅਸੀਂ ਬਿਮਾਰੀਆਂ ਤੋਂ ਬਚਣ ਲਈ, ਅਸੀਂ ਬਹੁਤ ਅੱਗੇ ਵਧੇ ਆਏ ਸੀ। ਅਸੀਂ ਜਦੋਂ ਛੱਤਾਂ ਖੁੱਲੀਆਂ ਤੇ ਸੌਂਦੇ ਸੀਗੇ, ਕਿੰਨੀ ਕੁ ਵਾਰੀ ਆ ਵਾਇਰਲ ਜਾਂ ਆਪਾਂ ਸੁਣਿਆ ਸੀ ਕਦੇ? सर एक लाइन ऐड करना चाहता हूँ, प्लीज। एक आप एसी कमरे में अगर आप बहुत सारे लोग सो रहे हैं तो प्लीज वो हाईली मतलब उसको वेंटिलेटेड रखना पड़ेगा, प्लीज थोड़ी खिड़की खोल के रखिए, ये भी बहुत इंपॉर्टेंट है, क्योंकि ये वायरस आप कह रहे थे ये हवा में भी रहता है, जो एरोसॉल्स होते हैं, जो छोटे छोटे पार्टिकल्स हैं, अगर आप कंजेस्टेड कमरा रखेंगे, बहुत सारे फैमिली मेंबर्स एक रूम में रहते हैं, तो थोड़ा सा एसी जो कमरा है थोड़ा सा खिड़की खुली रखनी पड़ेगी आपको, कंजेशन नहीं रहना चाहिए। ਉਹ ਨਾ ਸ਼੍ਰੀਮਤੀ ਸਚਦੇਵਾ ਜੀ ਨਾਲ ਲੜਦੇ, ਬਿਜਲੀ ਦਾ ਬਿੱਲ ਵੱਧ ਆਉਂਦਾ, ਆਪਦੀ ਥਾਂ ਤੇ ਸੱਚੇ ਨਹੀਂ ਸਰ ਜੀ, ਹਾਂ ਸ਼੍ਰੀਮਤੀ ਤਾਂ ਆਪਣੇ ਅੱਡ ਹੀ ਸੁਣਦੀ ਹੈ ਜੀ। ਬਸ ਭਲਾ ਫਿਰ ਤੁਹਾਡਾ ਮਸਲਾ ਕੀ ਹੈ ਯਾਰ, ਮੈਨੂੰ ਸਮਝ ਨਹੀਂ ਆਉਂਦੀ। ਪਬਲਿਕਲੀ ਸਾਰਿਆਂ ਵਾਸਤੇ ਕੁਐਸਚਨ ਕੀਤਾ। ਮੈਂ ਤੁਹਾਨੂੰ ਯਾਦ ਹੋਣਾ ਜੀ ਪਿਛਲੇ ਪ੍ਰੋਗਰਾਮ ਵਿੱਚ ਆਪਾਂ ਗੰਨੇ ਦੇ ਜੂਸ ਨੂੰ ਲੈ ਕੇ ਟੌਪਿਕ ਨਹੀਂ ਉਹ ਤਾਂ ਵਾਕਈ ਖਤਰਨਾਕ ਕੰਮ ਹੈ, ਮੈਂ ਉਹਦੇ ਬਾਰੇ ਵੀ ਡਾਕਟਰ ਸਾਹਿਬ ਨੂੰ ਪੁੱਛਦਾ, ਪਹਿਲੇ ਡਾਕਟਰ ਸਾਹਿਬ ਨੂੰ ਪੁੱਛਿਆ ਸੀ। ਉਹਦੇ ਵਿੱਚ ਮੇਰਾ ਇੱਕ ਮੈਸੇਜ ਰਹਿ ਗਿਆ ਸੀਗਾ ਜੀ, ਜੀ ਉਹ ਕੀ ਸੀਗਾ ਕਿ ਦੇ ਬੱਚੇ ਆ ਐਚਆਈਵੀ ਨਾਲ ਇਫੈਕਟਡ ਹੋ ਗਿਆ ਸੀਗਾ। ਕਿਉਂ ਹੋ ਗਿਆ ਸੀ ਕਿ ਉਹ ਸਕੂਲ ਤੋਂ ਜਦੋਂ ਛੁੱਟੀ ਨਾ, ਬਾਹਰ ਪਾਈਨਐਪਲ ਵਾਲਾ ਖੜਾ ਸੀ ਤੇ ਉਹਨੇ ਪਾਈਨਐਪਲ ਲੈ ਕੇ ਉੱਥੋਂ ਜੀ, ਲੇਕਿਨ ਉਹ ਜਿਹੜਾ ਪਾਈਨਐਪਲ ਸਰਵ ਕਰ ਰਿਹਾ ਸੀ ਰੇਹੜੀ ਵਾਲਾ, ਉਹਦੀ ਉਂਗਲੀ ਤੇ ਕੱਟ ਲੱਗਿਆ ਸੀ ਔਰ ਉਹ ਐਚਆਈਵੀ ਇਫੈਕਟਡ ਸੀ, ਉਸ ਦੇ ਨਾਲ ਉਹਦਾ ਜਿਹੜਾ ਹੈਗਾ ਉਹਨੂੰ ਪਹੁੰਚ ਗਿਆ ਜੀ। ਮੈਂ ਨਾ ਕੀ ਕਰਾਂ ਸਚਦੇਵਾ ਜੀ, ਮੈਂ ਨਾ ਆਪਦੇ 46 ਦਿਨ ਪ੍ਰੋਗਰਾਮ ਕੀਤਾ, 46 ਦਿਨਾਂ ਚੋਂ ਜਿਹੜਾ 2 ਤੇਰੀਆਂ 2 ਮੇਰੀਆਂ ਚ ਘੱਟੋ ਘੱਟ 15 ਦਿਨ ਮੈਂ ਇਹ ਗੱਲ ਕਹੀ ਕਿ ਹੁਣ ਅੰਬ ਆ ਗਏ ਆ, ਖਰਬੂਜੇ ਆ ਗਏ ਆ, ਸਾਡੀ ਆਦਤ ਹੁੰਦੀ ਉਹਨੂੰ ਸੁੰਘ ਕੇ ਖਰੀਦਣ ਦੀ, ਹਨਾ, ਉਹਦੀ ਕੁਆਲਿਟੀ ਨੂੰ ਜਾਂਚਣ ਦੀ। ਅੱਛਾ, ਮੈਂ ਥੋੜੇ ਦਿਨ ਪਹਿਲਾਂ ਅੰਬ ਲੈਣ ਗਿਆ, ਖਰਬੂਜਾ ਲੈਣ ਗਿਆ, ਮੈਂ ਬੰਦੇ ਨੂੰ ਕਿਹਾ ਵੀ ਆ ਤੂੰ ਹੀ ਛਾਂਟ ਕੇ ਪਾ ਦੇ ਵੀਰ, ਮੈਨੂੰ ਤਾਂ ਕੋਈ ਹਿਸਾਬ ਨਹੀਂ ਹੈਗਾ। ਉਹਨੇ ਅੰਬ ਮੇਰੇ ਸੁੰਘ ਕੇ ਲਿਫਾਫੇ 'ਚ ਪਾਉਣ ਲੱਗ ਗਿਆ। ਉਹ ਜਿਹੜੀ ਚੀਜ਼ ਤੋਂ ਮੈਂ ਪਰਹੇਜ਼ ਕਰ ਰਿਹਾ ਸੀ ਉਹ ਬੰਦਾ ਉਹੀ ਕਰੀ ਜਾਂਦਾ, ਉਹੀ ਕੰਮ ਕਰੀ ਜਾਂਦਾ। ਸੋ ਉਹ ਲੈ ਦੇ ਕੇ ਗੱਲ ਉੱਥੇ ਆ ਵੀ ਜਦ ਤੱਕ ਲੋਕ ਨਹੀਂ ਨਾ ਜਾਗਰੂਕ ਹੁੰਦੇਗੇ ਜਨਾਬ,
ਤੇ ਫਿਰ ਇੱਕ ਮਹਿੰਦਰ ਸਚਦੇਵਾ ਤੇ ਇੱਕ ਡਾਕਟਰ ਕੋਟਰੂ ਤੇ ਇੱਕ ਰਾਜੀਵ ਅਰੋੜਾ ਕੁਝ ਨਹੀਂ ਕਰ ਸਕਦੇ ਦੁਨੀਆ ਦਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ, ਔਰ ਇਦਾਂ ਹੀ ਤੁਸੀਂ ਸਾਡੇ ਨਾਲ ਜੁੜਦੇ ਰਹੋਗੇ ਤੇ ਇਦਾਂ ਹੀ ਸਾਨੂੰ ਪ੍ਰੋਗਰਾਮਾਂ ਬਾਰੇ ਇਸ ਤੇ ਸ਼ਿਰਕਤ ਕਰਕੇ ਸਾਨੂੰ ਦੱਸਦੇ ਰਹੋਗੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੇਰਾ ਸਪਲੀਮੈਂਟਰੀ ਸਵਾਲ ਇਹੀ ਸੀਗਾ ਕਿ ਤੁਸੀਂ ਦੱਸਤਾ ਕਿ ਥੋੜਾ ਬਹੁਤ ਫਰਕ ਪੈਂਦਾ ਹੈ, ਔਰ ਜੇ ਐਂਗਜ਼ਾਈਟੀ ਵਾਸ਼ੀ ਸਹੀ, ਜੇਕਰ ਬੰਦਾ ਫਿਟ ਰਹਿਣ ਦੀ ਕੋਸ਼ਿਸ਼ ਕਰ ਰਿਹਾ, ਜੇ ਅਸੀਂ ਫਿਟ ਹੈ ਤਾਂ ਉਨਾ ਹੀ ਜਿਹੜਾ ਸਾਡੇ ਤੇ ਜੇ ਇਨਫੈਕਟ ਅਸੀਂ ਹੋ ਵੀ ਜਾਵਾਂਗੇ ਤਾਂ ਸਾਨੂੰ ਨੁਕਸਾਨ ਦੀ होने की संभावना बहुत घट है। डॉक्टर कोटरू, ये डिफरेंट क्वेश्चन है आपने जो पूछा है। तो अगर मान लो कोई पेशेंट जिनका वेट ज्यादा है, ओबीस है, कल को उनको इन्फेक्शन होता, हॉस्पिटल में एडमिट होते हैं, तो उनको वेंटिलेटर पे डालने पे, वेंटिलेशन करने में हमें बहुत प्रॉब्लम्स आती है। तो वेट लॉस से बहुत फायदा होगा। नंबर 2, और भी कुछ इंपॉर्टेंट चीजें हैं, अगर आप स्मोकिंग छोड़ देते हैं तब भी बहुत फायदा मिलेगा। तो ऐसा नहीं है एक्सरसाइज करने से, लंग कैपेसिटी बढ़ाने से आपको फायदा मिलना है, भले इट इज नेवर टू लेट। अब मत सोचिए कि आपको कोई फायदा नहीं होगा, फायदा होगा। आप अपनी आदत चेंज करिए, लाइफस्टाइल चेंज करिए, शुगर कंट्रोल करिए, ब्लड प्रेशर कंट्रोल करिए, कोलेस्ट्रॉल की दवाइयां चालू रखिए और अपना वेट कम करिए, हेल्दी डाइट खाइए, फायदा मिलने वाला है। आज से करिए, अभी से करिए। और क्योंकि कोव-3 भी कदों भी आ सकता है, जो कोव-2 की वैक्सीनेशन आ भी गई, कम से कम कोव-3 नाल भी असीं तैयार रहिए। एक श्रोता साडे टेलीफोन लाइन ते जुड़े है, आओ जानिए की उन्हां दा सवाल। हेलो, हाँ जी, सत श्री अकाल जी। सत श्री अकाल जी, कौन बोल रहे जनाब? मैं वीर सिंह बोल रहा हूँ, पिंड वड्डा घोड़ा, जिला सिरसा जी। वीर सिंह जी, की हाल चाल है सरसे वाले हो? ठीक है जी, वधिया, ठीक ठाक हो? सरसे सुख सांद है? हाँ जी, जिले च? हाँ जी, की सवाल है डॉक्टर साहब नूं? सवाल मेरा है जी, अपने 2 महीने तो जो कोरोना का सिलसिला शुरू होया, डॉक्टर साहब कह रहे हैं मच्छर मक्खी तो ये फैलदा नहीं ना, जमा नहीं फैलदा। ਤੇ ਮੰਨ ਲਓ ਜੀ ਹੁਣ ਜੇ ਕਿਸੇ ਨੂੰ ਕਰੋਨਾ ਹੋਇਆ, ਅੱਜ ਹੁਣ ਗਰਮੀ ਦਾ ਮਹੀਨਾ ਸੌਂਦੇ ਆ, ਮੂੰਹ ਤੇ ਮੱਖੀ ਬਹਿੰਦੀ ਆ, ਅੰਦਰੋਂ ਸੁੱਕ ਵੀ ਆਉਂਦਾ, ਉਹ ਉੱਠ ਕੇ ਜਦੋਂ ਦੂਜੇ ਦਿਨ ਤੇ ਜਾਊਗੀ ਫਿਰ ਗੱਲ ਇਹ ਹੈ ਵੀ, ਬਾਕੀ ਤਾਂ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ, ਗੱਲ ਇਹ ਹੈ ਵੀ ਜਿੰਨੇ ਵੀ ਮਰੀਜ਼ਾਂ ਨੂੰ ਇਹ ਹੋਇਆ ਭਾਰਤ ਦੇ ਵਿੱਚ, ਕਿਸੇ ਦਾ ਵੀ ਇਹ ਸਬੂਤ ਨਹੀਂ ਮਿਲਿਆਗਾ, ਨਾ ਹੀ ਚੀਨ 'ਚ, ਨਾ ਹੀ ਅਮਰੀਕਾ। ਚਲੋ ਆਪਾਂ ਅਮਰੀਕਾ 'ਚ ਕਹਿ ਲਈਏ ਤੇ ਮੱਖੀਆਂ ਹੁੰਦੀਆਂ ਹੀ ਨਹੀਂ, ਕੱਲੀਆਂ ਆਪਣੇ ਹੁੰਦੀਆਂ, ਤੇ ਕੋਈ ਸਬੂਤ ਤਾਂ ਮਿਲਦਾ ਨਾ ਜਿਹੜੇ ਮਰੀਜ਼ ਨੂੰ ਇਹ ਬਿਮਾਰੀ ਤੋਂ ਲਿਆਂਦਾ ਗਿਆ, ਉਹਦੀ ਕੋਈ ਨਾ ਕੋਈ ਹਿਸਟਰੀ ਟ੍ਰੇਸ ਹੋਈ कि वो कित्थों गया। बाकी डॉक्टर साहब तुहानूं दस्सणगे। ये ना, ये रेस्पिरेटरी वायरस है, ये जो ना लंग्स के थ्रू, नाक की हवा के थ्रू अंदर चला जाता है। मैं इन्हां दी गल दा खुलासा करदा। सपोज एक बंदे ने निछ मारी ਜਾਂ ਉਹਨੇ ਥੁੱਕ ਸੁੱਟੀ, ਉਹ ਮੱਖੀ ਥੁੱਕ ਤੇ ਬੈਠ ਕੇ, ਠੀਕ ਹੈ, ਤੁਹਾਡੇ ਬੇਸ਼ੱਕ ਨੱਕ ਤੇ ਬੈਠ ਗਈ, ਠੀਕ ਹੈ, तो उसका की नुकसान हो? बेसिकली ह्यूमन टू ह्यूमन ट्रांसमिशन है, आदमी से आदमी को ट्रांसमिट कर सकता है। ये किसी मक्खी मच्छर में सर्वाइव नहीं करता है। मक्खी दे विच देखो वायरस ना, एक देसी जी, मैं अनपढ़ जा बंदा, बाला नहीं मैनूं पता, आदमी से आदमी ਜਿਹੜਾ ਵਾਇਰਸ ਹੈ ਨਾ ਜੀ, ਹਾਂਜੀ, ਉਸ ਮਨੁੱਖੀ ਸਰੀਰ ਤੋਂ ਬਾਹਰ ਜਾਂ ਜਿਹੜੇ ਕਈ ਖਾਸ ਕਿਸਮ ਦੇ ਜਾਨਵਰ ਹੈ ਉਹਨਾਂ ਦੇ ਸਰੀਰ ਤੋਂ ਬਾਹਰ ਨਾ, ਉਹ ਮ੍ਰਿਤ ਅਵਸਥਾ 'ਚ ਹੀ ਹੁੰਦਾ, ਜਿਉਂਦਾ ਨਹੀਂ ਹੁੰਦਾਗਾ ਇੱਕ ਤਰੀਕੇ ਨਾਲ। ਤਾਂ ਕੁਝ ਚਿਰ ਪਹਿਲਾਂ ਜੀ ਆਇਆ ਸੀ, ਕਹਿੰਦੇ ਵੀ ਉਹ ਸ਼ੇਰ ਨੂੰ ਵੀ ਹੋਇਆ ਸੀ, ਕਿਸੇ ਚਿੜੀਆ ਘਰ ਦੇ ਜਾਨਵਰਾਂ ਨੂੰ ਹੋਇਆ ਸੀ। कोरोना वायरस के अलग अलग स्ट्रेन्स हैं, वही बताने की कोशिश करें। जो 2002-2003 में जो कोरोना वायरस हुआ था, वो जानवरों से, बैट से इंसानों में हुआ था। जो मर्स जो 2008-2009 में हुआ था, वो अलग तरीके। नया कोरोना वायरस है ना, तो यही कह रहे हैं, न्यू कोरोना वायरस। न्यू मीन्स नोवल, नोवल मीन्स नया कोरोना वायरस। ये आदमी से आदमी में जाता है, ह्यूमन टू ह्यूमन ट्रांसमिशन। कैसे? जब हम खांसते हैं, छींकते हैं, जोर से बोलते हैं, हंसते हैं, तो हमारे जब बाहर जब सिक्रीशंस निकलती हैं, थूक निकलती है, वो हवा में जाती है के थ्रू। अभी तक कोई एविडेंस नहीं है, अभी तक कोई एविडेंस नहीं है, हमारे पास कोई प्रूफ नहीं है। ठीक है सर, शुक्रिया जी कॉल करने ਲਈ। ਅੱਛਾ, ਹੁਣ ਇੱਕ ਲੇਟੈਸਟ ਇਹ ਵੀ ਕਿਤੇ ਮੈਂ ਇਹਨੂੰ ਹਾਈਪੋਥਸਿਸ ਕਹਾਂ ਜਾਂ ਕੋਈ ਇਨਫੋਰਮੇਸ਼ਨ ਕਹਾਂ, ਕਿਉਂਕਿ ਹਰ ਇਨਫੋਰਮੇਸ਼ਨ ਉਦੋਂ ਦੇਰ ਤੱਕ ਹੀ ਸਹੀ ਹੁੰਦੀ ਹੈ ਜਦ ਤੱਕ ਉਹਦੀ ਰਿਵਾਈਜ਼ਡ ਇਨਫੋਰਮੇਸ਼ਨ ਨਾ ਆ ਜਾਵੇ। ਤਾਂ ਹੁਣ ਇਹ ਕਿਹਾ ਗਿਆ ਕਿ ਸਰਫੇਸ ਤੋਂ, ਯਾਨੀ ਕਿ ਜੇ ਕਿਸੇ ਬੰਦੇ ਨੇ ਸਪੋਜ਼ ਟੇਬਲ ਨੂੰ, ਮੇਜ਼ ਨੂੰ ਹੱਥ ਲਗਾਤਾ ਇਨਫੈਕਟਡ, ਤਾਂ ਹੁਣ WHO ਦਾ ਇਹ ਆ ਰਿਹਾ ਕਿ, ਜਾਂ ਕੁਝ ਮਾਹਰਾਂ ਦਾ ਇਹ ਆ ਰਿਹਾ ਕਿ ਉਸ ਮੇਜ਼ ਨੂੰ ਜੇਕਰ ਕੋਈ ਬੰਦਾ ਹੱਥ ਲਗਾਊਗਾ ਤੇ ਉਸ ਤੋਂ ਬਾਅਦ ਉਹ ਆਪਣੇ ਨੱਕ ਤੱਕ ਲੈ ਕੇ ਜਾਊਗਾ, ਤਾਂ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ कि वो इन्फेक्शन कैरी करूगा। सर ये बारे की अपडेट है? नहीं, जब भी कोई खांसता है, थूकता है या छींकता है, तो अगर वो सिक्रीशंस कोई सरफेसिस पे, अलग अलग सरफेसिस पे हैं, वो पेपर वाला सरफेस हो, कार्डबोर्ड वाला सरफेस हो, वुडन सरफेस हो, स्टील वाला सरफेस हो, प्लास्टिक सरफेस हो, अलग अलग सरफेस पे ये अलग अलग टाइम तक ये सर्वाइव करता है जी। तो वो डिपेंड करता है कि टेम्परेचर कितना है, ह्यूमिडिटी कितना है और सरफेस कैसा है। तो मैं एक एग्जाम्पल बता देता हूँ आपको। जैसे प्लास्टिक सरफेस पे ज्यादा टाइम तक सर्वाइव करता है, स्टील सरफेस पे भी, स्टील पे 3 दिन तक, प्लास्टिक पे 3 दिन तक,
ਪਰ ਉਹ ਦੂਜੇ ਬੰਦੇ ਨੂੰ संक्रमित कर सकता ਹੁੰਦਾ? बिल्कुल कर सकता। अगर वो दूसरा पर्सन उसको टच करके अब नाक, मुंह या आंख तक ले जाता है तो वहां के थ्रू ये संक्रमित कर सकता ਜੀ ਇੱਕ श्रोता ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜੇ, ਆਓ ਜਾਣੀਏ ਕੀ ਉਹਨਾਂ ਦਾ ਸਵਾਲ। ਹੈਲੋ, ਨਮਸਕਾਰ ਜੀ। ਨਮਸਕਾਰ ਜੀ, ਕੌਣ ਬੋਲ ਰਹੇ? ਜਸਵਿੰਦਰ ਸਿੰਘ ਬੀਟਾ ਬੋਲ ਰਿਹਾ ਜੀ, ਕਨੇਸ਼ਾ ਵਾਸੀ ਪਿੰਡੋਂ ਜੀ ਜਸਵਿੰਦਰ ਸਿੰਘ ਬੀਟਾ ਜੀ, ਮੈਨੂੰ ਲੱਗਦਾ ਤੁਹਾਡਾ ਹੈਲੋ ਫਰਮਾਇਸ਼ ਵੀ ਫੋਨ ਲੱਗਿਆ ਸੀ ਨਾ? ਜੀ ਜੀ ਜੀ। ਤੇ ਫਿਰ ਮਹਾਰਾਜ ਹੁਣ ਅੱਜ ਕਿਵੇਂ 2-2 ਸੈਂਚਰੀਆਂ ਬਣਾਉਣ ਨੂੰ ਫਿਰਦੇ ਹੋ? ਹਾਂਜੀ, ਸਿਹਤ ਕਿਵੇਂ ਹੈ? ਸਿਹਤ ਹੀ ਬਾਰੇ ਦੱਸ ਰਹੇ ਡਾਕਟਰ ਸਾਹਿਬ। ਨਮਸਕਾਰ। ਆਏ ਹਾਏ ਜੀ, ਨਮਸਕਾਰ ਕਰ ਰਹੇ मैं- ਜੀ। नमस्कार नमस्कार सर, बताइए। ਜੀ ਜਨਾਬ, ਸਿਹਤ ਦਾ ਮੁੱਦਾ ਦੱਸੋ। ਮੈਂ ਤਾਂ ਕਿਤੇ ਹੈਲੋ ਫਰਮਾਇਸ਼ ਆਪਦੇ ਫਰਮਾਇਸ਼ ਦਾ ਗੀਤ ਸੁਣ ਕੇ ਤੰਦਰੁਸਤ ਹੋ ਗਏ ਹੋਵੋਗੇ ਕਿ ਨਹੀਂ? ਅਸੀਂ ਸੁਣਦੇ ਪੁਰਾਣੇ ਗਾਣੇ ਜੀ, ਵੈਸੇ ਉਹ ਤਾਂ ਹੀ ਸੁਣਦੇ ਅਤੇ ਪੁਰਾਣੇ ਗਾਣੇ ਨਾਲ ਤਾਂ ਕਰੋਨਾ ਜਮਾ ਹੀ ਨਹੀਂ ਨੇੜੇ ਲੱਗਦਾਗਾ। ਹਾਂਜੀ, ਚਲੋ ਹਾਂਜੀ, ਸਮੱਸਿਆ ਤਾਂ ਹੀ ਦੱਸੋ ਆਪਦੀ। ਹਾਂਜੀ, ਮੈਂ ਵੈਸੇ ਤਾਂ ਸ਼ੂਗਰ ਦੇ ਪੇਸ਼ੈਂਟ ਆ। ਸਾਡੀ ਸ਼ੂਗਰ ਵੈਸੇ ਨਾਰਮਲ ਆ ਰਹੀ ਜੀ। ਫਾਸਟਿੰਗ ਜਿਹੜੀ ਹੈਗੀ ਆ 75 ਆਈ ਸੀ ਜੀ। ਕੀ ਬਾਤ ਹੈ, ਤਾਂ ਨਾਰਮਲ ਤੋਂ ਵੀ ਗਾਂ ਦੇ ਨਾਰਮਲ ਹੋ। ਮਰੀਜ਼ ਕਾਹਦੇ ਹੋਏ ਬਾਕੀ ਤੁਸੀਂ? ਮੈਂ ਜੀ ਡਾਕਟਰ ਸਾਹਿਬ, ਮੈਂ ਸੈਰ ਸੂਰ ਕਰਦਾ ਰਹਿਣਾ ਵੈਸੇ ਜੀ। हाँ जी हाँ जी ਹਾਂਜੀ, ਹੈਲੋ। ਹਾਂਜੀ ਸੁਣ ਰਿਹਾ ਤੁਹਾਡੀ ਗੱਲ ਡਾਕਟਰ ਸਾਹਿਬ। ਹਾਂਜੀ, ਫਰਜ਼ ਕਰੋ ਜੀ, ਮੈਂ ਮਤਲਬ ਜਿਵੇਂ ਸੈਰ ਕਰਨ ਜਾ ਰਿਹਾ, ਮੇਰੇ ਤੋਂ ਕੋਈ ਪਹਿਲਾ ਬੰਦਾ, ਕੋਈ ਅਫੈਕਟਡ ਬੰਦਾ ਕੋਈ ਸੁੱਕ ਜੇ, ਭਾਵੇਂ ਮੇਰੇ ਸਪੋਰਟ ਸ਼ੂ ਪਾਏ ਹੋਏ ਆ ਜੀ, ਮੂੰਹ ਤੇ ਮੇਰੇ ਮਾਸਕ ਲੱਗਿਆ ਹੋਇਆ ਨੱਕ ਤੇ ਜੀ, ਠੀਕ ਹੈ ਜੀ, ਤਾਂ ਫਿਰ ਵੀ ਮੈਂ ਮਤਲਬ ਇਸ ਨਾਲ ਕੋਈ ਅਫੈਕਟਡ ਹੋ ਸਕਦਾ ਜੀ, ਜਿਵੇਂ ਸੁੱਕ ਨਾਲ ਕੋਈ ਇਹਨਾਂ ਦਾ ਇੱਕ ਮੈਂ ਥੋੜਾ ਜਿਹਾ ਨੂੰ ਹੋਰ ਇਸ ਨੂੰ ਐਲੈਬੋਰੇਟ ਕਰਦਾ ਹਾਂ। ਥੁੱਕਣ ਨਾਲ ਤਾਂ ਨਹੀਂ, ਸਪੋਜ਼ ਇਹ ਕਹਿੰਦੇ ਕਿ ਸੈਰ ਕਰ ਰਹੇ ਆ, ਇਹਨਾਂ ਦੇ ਪਿੱਛੋਂ ਦੀ ਕੋਈ ਬੰਦਾ ਅੱਗੇ ਜਾ ਰਿਹਾ ਸੈਰ ਕਰਦਾ, ਉਸ ਨੂੰ ਨਿੱਛ ਆਈ ਜਾਂ ਉਹਨੂੰ ਖਾਂਸੀ ਆਈ ਤੇ ਉਹ ਸੰਕਰਮਿਤ ਸੀ ਇਸ ਬਿਮਾਰੀ ਤੋਂ, ਕੀ ਉਹ ਇਸ ਬੰਦੇ ਨੂੰ ਇਹਨਾਂ ਨੂੰ इन्फेक्ट कर सकते हैं ना? तो सवाल ऐसे बिल्कुल। अगर वो कह रहे हैं कि अगर मेरे शूज पे लग जाए ऐसा वायरस, तो ये शूज लेके घर आ जाएंगे और घर के अंदर ले आएंगे शूज को, तो घर के अंदर तो आएंगे ना थोड़ी देर। अगर किसी पर्सन ने शूज को हाथ से टच किया और वो हाथ अपने नाक, मुंह तक, आंखों तक ले गया, तो शूज ला के हाथ नाल ही रखते हैं ना जी, किते अलमारी अलमूरी जगह थल्ले किते मंजे बाहर रखना है, वो घर के बाहर, उसको धूप में रखिए आप, ठीक है ना? तो वो चीज है। या तो आप ग्लव्स लगा के उसको साबुन पानी से धो लीजिए उस शूज को, अगर आप स्पोर्ट्स शूज यूज करें या वॉशेबल शूज यूज करिए, तो वो चीज आपको ध्यान रखना पड़ेगा। ये ਡਾਕਟਰ ਸਾਹਿਬ ਸਵਾਲ ਮੇਰਾ ਇਹ ਸੀ, ਜਿਵੇਂ ਥੁੱਕ ਜਾਂਦਾ ਜੀ, ਪਹਿਲਾਂ ਮੇਰੇ ਜਾਣ ਤੋਂ ਪਹਿਲਾਂ ਕੋਈ ਬੰਦਾ ਲੰਘਿਆ, ਫਰਜ਼ ਕਰ ਲਓ ਉਸਨੇ ਸਪਿਟ ਕੀਤਾ ਉਹ ਥੁੱਕ ਕਿੰਨਾ ਚਿਰ ਫਿਰ ਉਹ ਜੀ ਅਸਰ ਕਰਦਾ ਜੀ, ਕਿੰਨਾ ਚਿਰ ਉਸੇ ਸਪਿਟ ਕੀਤਾ ਕਿਸੇ ਨੇ ਉਹਦੇ ਉੱਤੋਂ ਜੇ ਲੰਘਦੇ? ਹਾਂਜੀ, ਜ਼ਮੀਨ ਤੇ देखा ऐसा सर, ਪੈਰਾਂ ਤੇ ਲੱਗ ਕੇ ਸਾਡੇ ਇਫੈਕਟ ਕਰ दस ਸਕਦਾ, ਭਾਵੇਂ ਸਾਡੇ ਸਪੋਰਟ ਸ਼ੂ ਪਾਏ ਹੋਏ। दस रहे जी सर वही कह रहा हूँ ना मैं। अब आप किसी ने स्पिट किया, आपके जूते पे लग गया, वही गल है ना आपकी। ਹਾਂਜੀ किसी ने थूक दिया, वो आपके जूते पे लग गया, शूज पे लग गया। जी जी। हाँ, शूज डिपेंड करता है ना, वही कह रहा था। प्लास्टिक सरफेस पे कभी कभी ये 3 दिन तक रह सकता है। अगर आपके शूज किस तरह के हैं, लेदर के हैं, तो वो 2 दिन 3 दिन तक भी रह सकता है, उस शूज पे सर्वाइव कर सकता है वायरस। और वो शूज लेके घर के अंदर आ गए आप, ये चांसेस तो बहुत रिमोट है, ये तो एक इमेजिन कर रहे हैं आप, तो इतना तो चांसेस बिल्कुल कम है। लेकिन अगर आप किसी पर्सन ने वो कोविड-19 से इन्फेक्टेड है, वो थूक रहा है और आपके शूज पे वो थूक लग जाती है, वो घर के अंदर शूज लाते हैं आप, तो आपको ये बनता है कि आप क्या करें। अगर आप प्रिकॉशन लेना चाहते हैं, आप शूज को घर के बाहर ही रखेंगे। आप जो भी धोना चाहता है तो ग्लव्स पहन के उसको सोप वाटर से धो लें, नहीं तो सिंपल है धूप में रखो। सही चीज है भी, धुप्पे रखो, बाहर रखो, ਧੁੱਪੇ ਪਿਆ ਮਰ ਜੂਗਾ ਵਾਇਰਸ ਹੋ ਜਾਣਾ। ਠੀਕ ਹੈ ਨਾ, ਸ਼ੁਕਰੀਆ ਜੀ ਕਾਲ ਕਰਨ ਲਈ। ਸੋ ਮੈਂ ਸਰੋਤਿਆਂ ਨੂੰ ਫਿਰ ਯਾਦ ਕਰਾਉਂਗਾ, 10 ਮਿੰਟ ਦਾ ਟਾਈਮ ਹੋ ਰਹਿ ਗਿਆ ਉਹਨਾਂ ਦੀਆਂ ਕਾਲਾਂ ਲੈਣ ਲਈ। 0164 22 40 331 ਤੇ ਸਾਨੂੰ ਕਾਲ ਕਰ ਸਕਦੇ ਆ, ਸ਼ੂਗਰ ਦੀ ਬਿਮਾਰੀ ਬਾਰੇ ਜਾਂ ਕਰੋਨਾ ਦੀ ਬਿਮਾਰੀ ਬਾਰੇ ਕੋਈ ਵੀ ਸਵਾਲ ਉਹਨਾਂ ਦੇ ਜ਼ਿਹਨ 'ਚ ਹੈਗਾ ਤਾਂ ਉਹ ਪੁੱਛ ਸਕਦੇ ਆ। ਔਰ ਉਹਨਾਂ ਦੇ ਜਵਾਬ ਦੇਣ ਲਈ ਸਾਡੇ ਸਟੂਡੀਓ 'ਚ ਇਸ ਵੇਲੇ ਮੌਜੂਦ ਨੇ ਜੀ ਡਾਕਟਰ ਸੁਸ਼ੀਲ ਕੋਟਰੂ, ਜੋ ਕਿ ਇਸ ਇਲਾਕੇ ਦੇ ਮੰਨੇ ਪ੍ਰਮੰਨੇ ਡਾਇਬਟੋਲੋਜਿਸਟ ਔਰ ਐਂਡੋਕ੍ਰਾਈਨੋਲੋਜਿਸਟ ਹੈ, ਇਸ ਬਿਮਾਰੀ ਦੇ ਮਾਹਰ ਹੈ। ਔਰ ਕੋਵਿਡ ਦਾ ਕਿਉਂਕਿ ਸਿੱਧਾ ਸੰਬੰਧ ਹੈ, ਅੱਜ ਕੱਲ੍ਹ ਸਾਡੇ ਜੋ ਪੰਜਾਬ 'ਚ ਜਿੰਨੇ ਵੀ ਕੇਸ ਹੋਏ ਹੈ ਉਹਦੇ ਬਾਰੇ ਸਾਡੇ ਕੋਲ ਇਹੀ ਸੂਚਨਾ ਹੈ ਕਿ ਬਹੁਤੇ ਜਿਹੜੇ ਮਰੀਜ਼ ਸੀ ਜਿਨ੍ਹਾਂ ਦੀ ਮੌਤ ਹੋਈ ਉਹ ਸ਼ੂਗਰ ਦੇ ਮਰੀਜ਼ ਉਹਨਾਂ ਦੇ ਵਿੱਚ ਜ਼ਿਆਦਾ ਸੀਗੇ। ਇਸ ਕਰਕੇ ਇਹ ਜਿਹੜਾ ਮੌਤ 40 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਪੰਜਾਬ ਦੇ ਵਿੱਚ, ਉਹਦਾ ਕਾਰਨ ਉਹੀ ਰਿਹਾ। ਔਰ ਮੈਂ ਫਿਰ ਇੱਥੇ ਯਾਦ ਦਿਵਾਉਂਗਾ ਕਿ ਇਹ ਜਿਹੜਾ ਵਾਇਰਸ ਇਟਸੈਲਫ ਹੈ, ਇਹ ਆਪਦੇ ਆਪ 'ਚ ਮਾਰੂ ਵਾਇਰਸ ਨਹੀਂ ਹੈਗਾ, ਪਰ ਇਸ ਵਾਇਰਸ ਤੋਂ ਸੰਕਰਮਿਤ ਹੋਣ ਤੋਂ ਬਾਅਦ ਜਿਹੜੀਆਂ ਅੰਦਰ ਪਈਆਂ ਬਿਮਾਰੀਆਂ, ਖਾਸ ਕਰਕੇ ਸ਼ੂਗਰ ਹੈ ਜਾਂ ਕੋਈ ਫੇਫੜਿਆਂ ਦੀ ਬਿਮਾਰੀ ਹੈ, ਉਹ ਇੱਕਦਮ ਗੰਭੀਰ ਰੂਪ ਹੈ ਜਿਹੜਾ ਧਾਰਨ ਕਰ ਜਾਂਦੀ ਹੈ। ਔਰ ਇੱਕ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜੇ ਨੇ, ਆਓ ਜਾਣਦੇ ਹਾਂ ਕੀ ਹੈ ਜੀ ਉਹਨਾਂ ਦਾ ਸਵਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ? ਸਤਿ ਸ੍ਰੀ ਅਕਾਲ ਜੀ, ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ, ਔਰ ਰਾਜੀਵ ਅਰੋੜਾ ਜੀ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਵੱਲੋਂ ਤਾਂ ਪਹਿਲਾਂ ਹੀ ਸਤਿ ਸ਼੍ਰੀ ਅਕਾਲ ਹੋ ਗਈ ਤੁਹਾਨੂੰ, ਹੁਕਮ ਕਰੋ ਸਰ। ਸਰ ਮੈਂ ਇਹ ਪੁੱਛਣਾ ਚਾਹੁੰਦਾ, ਪਹਿਲਾਂ ਅਸੀਂ ਇੱਕ ਗੱਲ ਪੁੱਛਣੀ ਹੈ, ਪਹਿਲਾਂ ਮੈਂ ਗੱਲ ਪੁੱਛਣੀ ਹੈ। ਆਪਾਂ ਨੂੰ ਪ੍ਰਿੰਟ ਮੀਡੀਆ ਸਰ ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣੋ, ਪਹਿਲਾਂ ਮੈਨੂੰ ਇੱਕ ਸਵਾਲ ਪੁੱਛਣ ਦਿਓ। ਹੈਲੋ, ਮੇਰਾ ਸਵਾਲ ਹੈ ਕਿ ਆਪ ਜੀ ਦਾ ਨਾਮ ਕੀ ਹੈ?
ਜੀ ਮੈਂ ਸ਼ੰਟੂ ਸਿੰਘ ਬੋਲਦਾ ਜੀ ਤੁੰਗਵਾਲੀ ਪਿੰਡ ਤੋਂ। क्या बात है शंटू सिंह जी, ठीक ठाक हो? ਹਾਂਜੀ ਸਰ ਠੀਕ हाँ जी, ਠਾਕ ਹੁਣ ਜੀ। ਸਵਾਲ ਪੁੱਛੋ, ਕੀ ਪੁੱਛਣਾ ਹੈ? ਸਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਆਪਾਂ ਨੂੰ ਇਹ ਖਬਰ ਵੀ ਆਈ ਸੀ ਸੁਣਨ ਨੂੰ ਵੀ 80% ਮਰੀਜ਼ ਇਹ ਜਿਹੇ ਜਿਨ੍ਹਾਂ ਦੇ ਵਿੱਚ ਕੋਈ ਵੀ ਲੱਛਣ ਨਹੀਂ ਪਾਏ ਬਿਲਕੁਲ ਨਹੀਂ ਜਾਂਦੇ, ਹੈਗੇ। ਪਰ ਖਬਰ ਨਹੀਂ, ਸੱਚੀ ਕਰੋਨਾ ਗੱਲ ਹੈ। ਦੇ ਲੱਛਣ ਹੋ ਸਕਦੇ ਆ ਜੀ। ਕਰੋਨਾ ਹੋ ਸਕਦਾ ਜੀ ਉਹਨਾਂ ਨੂੰ। ਬਿਲਕੁਲ ਹੁੰਦਾ ਹੈ, ਬਹੁਤਿਆਂ ਨੂੰ ਹੋਇਆ, ਇਦਾਂ ਹੀ ਹੋਇਆ। ਪੰਜਾਬ 'ਚ ਹਾਂਜੀ। ਦੇਖੋ ਕਿੰਨੇ ਆਏ ਸੀ ਆਪਣੇ ਉਧਰ ਬਾਹਰੋਂ, ਜਿਹੜੇ ਦੂਜੇ ਸ਼ਹਿਰਾਂ ਤੋਂ, ਮਹਾਰਾਸ਼ਟਰ ਤੋਂ, ਬੀਕਾਨੇਰ ਤੋਂ, ਬਠਿੰਡੇ ਦੀ ਗੱਲ ਹੀ ਲੈ ਲਓ, ਉਹਨਾਂ 'ਚੋਂ ਇੱਕ ਵੀ ਬੰਦੇ ਨੂੰ ਲੱਛਣ ਨਹੀਂ ਆਏ। ਜਿਹੜਾ ਇੱਕ ਮਰੀਜ਼ ਜਿਹੜਾ ਲੱਛਣ ਵਾਲਾ ਸੀਗਾ ਉਹਨੂੰ ਪਹਿਲਾਂ ਹੀ ਲੱਛਣ ਸੀ ਤੇ ਟੈਸਟ ਦੇ ਵਿੱਚ ਉਹ ਪੋਜ਼ਿਟਿਵ ਆਇਆ। ਤੁਹਾਡਾ ਸਵਾਲ ਕੀ ਹੈ ਜਨਾਬ? ਜੀ ਬਿਲਕੁਲ ਸਰ, ਮੈਂ ਉਹਨਾਂ ਦਾ ਇਹ ਪੁੱਛਣਾ ਚਾਹੁੰਦਾ ਵੀ ਉਹ ਤੁਰਿਆ ਫਿਰਦਾ, ਉਹ ਡਾਕਟਰ ਨੂੰ ਚੈੱਕ ਨਹੀਂ ਕਰਾਉਂਦਾ ਵੀ ਮੈਨੂੰ ਕਰੋਨਾ ਹੈ ਨਹੀਂ, ਪਰ ਉਹਨਾਂ ਦਾ ਟਾਈਮ ਪਾ ਕੇ ਉਹਨਾਂ ਦਾ ਕੀ ਬਣਦਾ ਜੀ ਵੀ ਉਹਨਾਂ ਨੂੰ ਗੰਭੀਰ ਬਿਮਾਰੀ ਪੈਦਾ ਹੋ ਸਕਦੀ ਹੈ ਜਾਂ ਨਹੀਂ ਵੀ, ਜਾਂ ਉਹਨਾਂ ਦੀ ਡੈਥ ਤੱਕ ਵੀ ਹੋ ਸਕਦੀ ਹੈ ਵੀ, ਇਹਦੇ ਬਾਰੇ ਜਾਣਨਾ ਚਾਹੁੰਦਾ जी। जी जी, आपका क्वेश्चन है कि जिनका कोई सिम्टम्स लक्षण नहीं है कि उनको गंभीर बीमारी हो सकती है। हाँ जी, टाइम पा के वही है कि टाइम के साथ साथ गंभीर बीमारी हो सकती है। सकती है। नहीं, वैसे जिनको ये लक्षण ज्यादा नहीं होते तो ज्यादातर वो विद टाइम रिकवर कर जाते हैं, क्योंकि उनमें अंदर इम्यूनिटी और इन्फेक्शन रोकने की ताकत अंदर एंटीबॉडी से बढ़ जाती है। बट उनको हम बोलते हैं कि अंडर ऑब्जर्वेशन अपना ध्यान रखना है। अगर कभी भी ऐसा सांस की तकलीफ या कुछ ऐसे कॉम्प्लिकेशंस हो, सबसे इंपॉर्टेंट है अगर माड़ा मोटा कोई बुखार हो, खांसी हो, जुकाम हो, तो माड़ी मोटी कोई दवाई जो सिंपल ट्रीटमेंट लेते हैं कॉमन कोल्ड के लिए, जुकाम के लिए, वो ले सकते हैं, बुखार के लिए ले सकते हैं, जैसे सिंपल पैरासिटामोल या सिंपल एलर्जी की कोई टेबलेट, जुकाम की टेबलेट। बट इन केस उनमें कोई बुखार की प्रॉब्लम आना, सांस की तकलीफ कोई आना स्टार्ट हो जाए तो उनको अर्जेंट हॉस्पिटल आना चाहिए, डॉक्टर से कंसल्ट करना चाहिए, तो ये इंपॉर्टेंट है। बट ज्यादातर जिनमें लक्षण ज्यादा नहीं होते, 80% पेशेंट्स में अपने आप ये इन्फेक्शन कंट्रोल हो जाता है। ਸ਼ੰਟੂ ਸਿੰਘ ਜੀ, ਗੱਲ ਦੱਸਾਂ ਮੈਂ ਤੁਹਾਨੂੰ, हाँ जी सर। ਮਾਹਰਾਂ ਤੋਂ ਹੀ ਮੈਂ ਗੱਲਾਂ ਜਾਣਕਾਰੀਆਂ ਪ੍ਰਾਪਤ ਕੀਤੀਆਂ, ਕਿਉਂਕਿ 46 ਦਿਨ ਮੈਂ ਪ੍ਰੋਗਰਾਮ ਕੀਤਾ ਜਿਹੜਾ, ਦੋ ਤੇਰੀਆਂ ਦੋ ਮੇਰੀਆਂ, जी ਉਹਦੇ ਵਿੱਚ ਰੋਜ਼ਾਨਾ ਹੀ ਕਿਸੇ ਨਾ ਕਿਸੇ ਮਾਹਰ ਨਾਲ ਮੈਂ ਗੱਲ ਕਰਦਾ ਸੀ ਤੇ ਅੱਧਾ ਡਾਕਟਰ ਤਾਂ ਮੈਂ ਵੀ ਬਣਿਆ ਫਿਰਦਾ। ਠੀਕ ਹੈ, ਜਾਣਕਾਰੀ ਦੀ ਗੱਲ ਇਹ ਹੈ ਕਿ ਜੇ ਕੋਈ ਬੰਦਾ ਇਸ ਬਿਮਾਰੀ ਤੋਂ ਸੰਕਰਮਿਤ ਜੇਕਰ ਹੋ ਜੇ, ਹਾਂਜੀ जी ਤੇ 10 ਦਿਨ ਉਹਨੂੰ ਕੋਈ ਲੱਛਣ ਨਹੀਂ ਆਏਗੇ ਤਾਂ ਉਹ ਬੰਦਾ ਬਿਨਾਂ ਟੈਸਟ ਕੀਤੇ ਹੀ ਹਸਪਤਾਲ ਵਾਲੇ ਉਹਨੂੰ ਛੁੱਟੀ ਦੇ ਦਿੰਦੇ ਆ। जी सर बिल्कुल। डिस्चार्ज जो पॉलिसी थी पहले, आजकल तो डिस्चार्ज पॉलिसी यही है कि अगर पहले तो 2 बार कोविड-19 टेस्ट, अगर पेशेंट एडमिट भी होता था पहले, अगर उनको कोई ज्यादा सिम्टम्स नहीं होते थे, जैसे बिल्कुल सिंपल बुखार खांसी है, पहले 2 बार कोविड-19 टेस्ट किया जाता था, नेगेटिव होता था, फिर डिस्चार्ज करते थे। आजकल कोई टेस्ट नहीं किया जाता। अगर कोई ज्यादा कोई सिम्टम्स नहीं है, 3 दिन से बुखार नहीं है पेशेंट को, तो पेशेंट को आजकल हम घर भेजते हैं। तो ज्यादातर वो पेशेंट 10 दिन से कोई सिम्टम्स नहीं है, तो पेशेंट को घर भेज सकते हैं, कोई प्रॉब्लम नहीं आती। ਜੀ ਸ਼ੁਕਰੀਆ ओके ਜੀ, सर, थैंक यू, बहुत बढ़िया लगा जी गल करके, धन्यवाद जी। ਜੀ ਸੋਤਿਓ, ਪ੍ਰੋਗਰਾਮ ਜਾਰੀ ਹੈ ਹੈਲੋ ਡਾਕਟਰ, ਔਰ ਅੱਜ ਜਾਣਕਾਰੀ ਦਾ ਵਿਸ਼ਾ ਹੈ ਜੀ ਕੋਵਿਡ-19 ਔਰ ਸ਼ੂਗਰ ਦੀ ਬਿਮਾਰੀ ਔਰ ਹੋਰ ਬਿਮਾਰੀਆਂ। ਯਾਨੀ ਕਿ ਜਿਹੜੇ ਲੋਕ ਪਹਿਲਾਂ ਹੀ ਸ਼ੂਗਰ ਦੀ ਬਿਮਾਰੀ ਤੋਂ ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਜਾਂ ਕਿਡਨੀ ਦੀ ਬਿਮਾਰੀ ਤੋਂ, ਗੁਰਦਿਆਂ ਦੀ ਬਿਮਾਰੀ ਤੋਂ ਆਲਰੇਡੀ ਉਸ ਤੋਂ ਪੀੜਤ ਹੈ, ਤਾਂ ਕੋਵਿਡ-19 ਜੇਕਰ ਉਹਨਾਂ ਨੂੰ ਹੁੰਦਾ ਹੈ ਤਾਂ ਉਸ ਦਾ ਉਹਨਾਂ ਤੇ ਕੀ ਦੁਸ਼ਪ੍ਰਭਾਵ ਪੈ ਸਕਦਾ ਹੈ ਔਰ ਕਿਵੇਂ ਇਸ ਬਿਮਾਰੀ ਦੇ ਨਾਲ ਨਜਿੱਠਣਾ ਹੈ। ਔਰ ਇਸ ਜਾਣਕਾਰੀ ਲਈ ਸਟੂਡੀਓ 'ਚ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜੀ ਡਾਕਟਰ ਸੁਸ਼ੀਲ ਕੋਟਰੂ, ਜਿਹੜੇ ਕਿ ਮਾਹਰ ਡਾਕਟਰ ਨੇ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਤੋਂ। ਔਰ ਮੈਂ ਆਪਣੇ ਸਰੋਤਿਆਂ ਤੋਂ ਖਿਮਾ ਚਾਹੂੰਗਾ ਕਿ ਬਿਜਲੀ ਦੀ ਸਪਲਾਈ ਫੇਲ ਹੋਣ ਕਾਰਨ ਕੁਝ ਪਲ ਤੁਸੀਂ ਸਾਡਾ ਪ੍ਰਸਾਰਣ ਹੈ ਜਿਹੜਾ ਉਹ ਨਹੀਂ ਸੁਣ ਸਕੇਗੇ। ਔਰ ਇੱਕ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਹੈ ਜੀ, ਆਓ ਜਾਣੀਏ ਕੀ ਹੈ ਉਹਨਾਂ ਦਾ ਸਵਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜਨਾਬ? ਸਰ ਗੁਰਤੇਜ ਸਿੰਘ, ਪਿੰਡ ਮੱਲਣ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ। ਕੀ ਬਾਤ ਹੈ ਮੁਕਤਸਰ ਵਾਲਿਓ, ਕੀ ਹਾਲ ਚਾਲ ਹੈ? ਕਿਰਪਾ ਜੀ, ਆਪਣੇ ਸੁਣਾਓ, ਠੀਕ ਠਾਕ ਜੀ? ਕੀ ਸਵਾਲ ਹੈ ਜਨਾਬ ਤੁਹਾਡਾ ਗੁਰਤੇਜ ਜੀ? ਸਰ ਮੇਰਾ ਸਵਾਲ ਹੈ ਡਾਕਟਰ ਸਾਹਿਬ, ਵੀ ਤੁਸੀਂ ਕਹਿ ਰਹੇ ਹੋ ਵੀ ਇਹ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਵੀ ਜ਼ਿਆਦਾ ਖਤਰਾ ਜੀ ਇਸ ਮਹਾਮਾਰੀ ਤੋਂ। ਬਿਲਕੁਲ ਬਿਲਕੁਲ ਕਹਿ ਰਹੇ ਆ। ਤੇ ਸਰ ਕਿਸ ਤਰ੍ਹਾਂ ਬੱਚਿਆਂ ਦੀ ਸੇਫਟੀ ਤੇ ਬਜ਼ੁਰਗਾਂ ਦੀ ਸੇਫਟੀ ਕੀਤੀ ਜਾਵੇ ਘਰ ਵਿੱਚ ਰਹਿ ਕੇ ਜੀ? ਜੀ ਸੇਫਟੀ ਤਾਂ ਬਾਕੀ ਉਵੇਂ ਹੀ ਹੈ ਜਿਵੇਂ ਸਾਰਿਆਂ ਦੀ ਹੈ, ਬਾਕੀ ਡਾਕਟਰ ਸਾਹਿਬ ਤੁਹਾਨੂੰ ਦੱਸਦੇ ਆ। वही कह रहे थे कि हम जैसे हम यंग लोग बाहर जाते हैं तो बाहर जाके हमारी ड्यूटी बनती है कि हम बाहर जाके अपना प्रोटेक्शन रखें। अगर हमें इन्फेक्शन होगा, हमें तो ज्यादा तकलीफ नहीं करेगा वायरस, लेकिन घर आने के बाद जो हमारे बुजुर्ग हैं घर में, जिनको डायबिटीज, ब्लड प्रेशर या कोई तकलीफ भले ही ना हो लेकिन उम्र ज्यादा है, एज ज्यादा है, तो अगर उनमें इन्फेक्शन होगा या बच्चे छोटे जो हैं उनमें भी इम्यूनिटी पूरी प्रॉपर बनी नहीं होती, तो उनमें छोटे बच्चों में और बुजुर्गों में ये वायरस ज्यादा प्रॉब्लम करता है और ज्यादा ऑर्गन्स को खराब करता है। तो हमारी ड्यूटी बनती है हम फिजिकल डिस्टेंसिंग या सोशल डिस्टेंसिंग, हैंड हाइजीन और बाकी जो रेस्पिरेटरी हाइजीन का जो पालन करें और बड़े बुजुर्गों को इस इन्फेक्शन से बचाएं। तो मैंने देखा है कि बहुत सारे लोग, क्या हम बाहर जाते हैं, हमें लगता है हमें कुछ ज्यादा करेगा नहीं, प्रॉब्लम्स है नहीं, हमें हम सब कुछ कर लेंगे, क्या करेंगे, लेकिन अगर हमें इन्फेक्शन होगा हमें कोई प्रॉब्लम नहीं है, लेकिन घर जाके
जो हमारे बुजुर्गों के लिए हमें सारी चीज नियमों का पालन करना चाहिए। ਗੁਰਤੇਜ ਜੀ, ਕਈ ਵਾਰੀ ਨਾ ਤੁਹਾਡੇ ਮੇਰੇ ਵਰਗੇ ਲੋਕ ਨਾ ਇਹ ਸੋਚਦੇ ਆ ਵੀ ਜਿਹੜਾ ਬੰਦਾ ਸਾਹਮਣੇ ਉਹ ਤੰਦਰੁਸਤ ਦਿਸਦਾ ਹੈ, ਜਿਹਨੂੰ ਅਸੀਂ ਰੋਜ਼ ਮਿਲਦੇ ਹਾਂ, ਹਾਂਜੀ 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 ਸਾਡੇ ਦੋਸਤ ਮਿੱਤਰ ਹੈ, ਉਹਨਾਂ ਕੋਲੇ ਸਾਨੂੰ ਕੀ ਹੈ ਜੀ, ਜੱਫੀ ਪਾ ਕੇ ਵੀ ਮਿਲ ਲਾਂਗੇ, ਐ ਕੀ ਹੁੰਦਾ, ਵਧੀਆ ਤਾਂ ਹੈ। ਹੁਣ ਮੈਂ ਨਾ ਪਟਿਆਲੇ ਦੀ ਘਟਨਾ ਦੱਸਦਾ। ਉੱਥੋਂ ਦਾ ਇੱਕ ਕਿਤਾਬਾਂ ਦਾ ਵਿਕਰੇਤਾ, ਕਿਤਾਬਾਂ ਦੀ ਦੁਕਾਨ ਦਾ ਮਾਲਕ ਆਪਦੇ ਗੁਆਂਢ 'ਚ ਹਨਾ ਰੋਜ਼ ਉਹਨਾਂ ਨਾਲ ਬੈਠਣਾ ਉੱਠਣਾ, ਰੋਟੀ ਪਾਣੀ ਕਰਫਿਊ ਦੇ ਦਿਨਾਂ ਦੇ ਵਿੱਚ, ਲਾਕਡਾਊਨ ਦੇ ਦਿਨਾਂ 'ਚ ਇਕੱਠੇ ਬੈਠਦੇ ਉੱਠਦੇ ਸੀ। ਔਰ ਉਸੇ ਹੀ 2 ਪਰਿਵਾਰਾਂ ਦੇ 15 ਮੈਂਬਰ ਜਿਹੜੇ ਕਿ ਦੇਖਣ 'ਚ ਬਿਲਕੁਲ ਤੰਦਰੁਸਤ ਦਿਸ ਰਹੇ ਸੀਗੇ, 15 ਮੈਂਬਰ ਹੈ ਜਿਹੜੇ ਇਨਫੈਕਟਡ ਪਾਏ ਗਏ। ਹਾਲਾਂਕਿ ਮੈਨੂੰ ਇਹ ਨਹੀਂ ਪਤਾ ਉਹਨਾਂ 'ਚੋਂ ਕਿੰਨੇ ਸਿੰਪਟੋਮੈਟਿਕ ਹੋਏ ਤੇ ਕਿੰਨਿਆਂ ਨੂੰ ਲੱਛਣ ਆਏ, ਕਿੰਨਿਆਂ ਨੂੰ ਨਹੀਂ ਆਏ, ਬਾਅਦ ਦੇ ਵਿੱਚ ਕੀ ਉਹਨਾਂ ਦੀ ਤਕਲੀਫ ਹੋਈ ਇਹ ਨਹੀਂ ਮੈਨੂੰ ਪਤਾਗਾ। ਪਰ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਰੋਜ਼ਾਨਾ ਮਿਲਦੇ ਸੀ, ਇਹ ਉਹਨਾਂ ਨੇ ਸੋਚਿਆ, ਗਲਤੀ ਕੀਤੀ ਸੋਚਣ ਦੀ ਵੀ ਇਹਨਾਂ ਨੂੰ ਕੀ ਹੋਇਆ ਹੋਣਾ, ਤਾਂ ਆਪਣੇ ਵਰਗੇ ਜਿਹੀ ਹੈ। ਹੁਣ ਜਿਹੜੀ ਗੱਲ ਡਾਕਟਰ ਸਾਹਿਬ ਨੇ ਵੀ ਦੱਸੀ ਹੈ, ਮੈਂ ਉਹਦਾ ਤੁਹਾਨੂੰ ਪੰਜਾਬੀ ਅਨੁਵਾਦ ਦੱਸਦਾ ਵੀ ਆਪਾਂ ਬਾਹਰ ਅੰਦਰ ਜਾਂਦੇ ਕੰਮਕਾਰ ਤੇ, ਗੁਰਤੇਜ ਜੀ ਤੁਸੀਂ ਵੀ ਜਾਂਦੇ ਹੋ, ਤੇ ਜੇ ਘਰ 'ਚ ਬਜ਼ੁਰਗ ਹੈਗੇ ਆ, ਤੁਸੀਂ ਇੱਕ ਪਲ ਲਈ ਇਹ ਮੰਨ ਲਓ ਵੀ ਮੈਂ ਬਾਹਰ ਗਿਆ ਸੀ ਤੇ ਮੈਂ ਬਿਮਾਰੀ ਲੈ ਕੇ ਆਇਆ ਬਾਹਰੋਂ, ਠੀਕ ਹੈ। ਹੁਣ ਉਹਦਾ ਹੱਲ ਇਹ ਹੈ ਵੀ ਫਾਸਲਾ ਰੱਖ ਲਓ ਉਹਨਾਂ ਤੋਂ, ਗਰਮੀ ਹੈ ਅਲੱਗ-ਅਲੱਗ ਕਮਰਿਆਂ 'ਚ ਬਹਿ ਲਓ, ਆਪਸ 'ਚ ਦੂਰੀ ਰੱਖੋ, ਇਕੱਠੇ ਰੋਟੀ ਨਾ ਖਾਓ, ਹਨਾ। ਜਦੋਂ ਇਹ ਬਿਮਾਰੀ ਹੁਣ ਥੋੜੀ ਦੇਰ ਦੀ ਹੈਗੀ ਹੈ, ਦੇਰ ਸਵੇਰੇ ਦਾ ਕੋਈ ਨਾ ਕੋਈ ਹੱਲ ਤਾਂ ਨਿਕਲੂਗਾ ਹੀ, ਤੇ ਜਿੱਦਣ ਇਹਦਾ ਹੱਲ ਨਿਕਲ ਜੂਗਾ ਤਾਂ ਆਪਾਂ ਆਪਦਾ ਜੀਵਨ ਹੈ ਜਿਹੜਾ ਉਵੇਂ ਕਰ ਸਕਦੇ। ਹੁਣ ਇਹ ਸਾਡੇ ਹੱਥ ਵੱਸ ਹੈ ਨਹੀਂਗਾ, ਥੋੜਾ ਜਿਹਾ ਅਸੀਂ ਆਪ ਹੀ ਸਾਵਧਾਨ ਰਹਿਣਾ ਪੈਣਾ ਆਪਾਂ ਨੂੰ, ਰਹਿਣਾ ਪੈਣਾ ਜੀ। ਜੀ ਸ਼ੁਕਰੀਆ ਬਹੁਤ ਬਹੁਤ ਜੀ ਕਾਲ ਕਰਨ ਲਈ ਜੀ। ਸੋ ਉਹੀ ਗੱਲ ਹੈ ਜੀ, ਆਪਾਂ ਇਹ ਸਮਝਦੇ ਹਾਂ ਕਿ ਅਸੀਂ ਬਿਲਕੁਲ ਤੰਦਰੁਸਤ ਹੈ ਔਰ ਕੋਈ ਲੱਛਣ ਹੈ ਜਿਹੜਾ ਉਹ ਅਸੀਂ ਬਾਹਰੋਂ ਨਹੀਂ ਲੈ ਕੇ ਆਏਗੇ ਔਰ ਸਾਨੂੰ ਕੋਈ ਬਿਮਾਰੀ ਨਹੀਂ ਹੈਗੀ, ਪਰ ਅਸੀਂ ਦੂਜੇ ਨੂੰ ਇਨਫੈਕਟ ਕਰਕੇ ਉਹਨੂੰ ਪੂਰੀ ਤਰ੍ਹਾਂ ਨਾਲ, ਜਿਹੜੇ ਕਿ ਵੱਡੀ ਉਮਰ ਦੇ ਹੈ ਜਾਂ ਬੱਚੇ ਜਿਨ੍ਹਾਂ ਦੀ ਇਹ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਹਿੰਦੀ 'ਚ ਕਹਿੰਦੇ ਹੁੰਦੇ ਪ੍ਰਤੀਰੋਧਕ क्षमता ਹੈ ਜਿਹੜੀ ਬਹੁਤ ਘੱਟ ਹੈ, ਸੋ ਉਹਨਾਂ ਨੂੰ ਅਸੀਂ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਕਰ ਸਕਦੇ ਹਾਂ। ਸੋ ਖੈਰ ਡਾਕਟਰ ਸਾਹਿਬ, ਮੈਂ ਇਹ ਸੋਚ ਰਿਹਾ ਸੀਗਾ ਕਿ ਮੈਂ ਕਈ ਸਵਾਲ ਤੁਹਾਨੂੰ ਪੁੱਛਿਆ, ਪਰ ਹੋ ਸਕਦਾ ਕਿ ਕੋਈ ਜਾਣਕਾਰੀਆਂ ਤੁਸੀਂ ਸਰੋਤਿਆਂ ਲਈ ਐਸੀਆਂ ਲੈ ਕੇ ਆਏ ਹੋ ਜਿਹਦੇ ਬਾਰੇ ਮੈਂ ਸਵਾਲ ਨਾ ਪੁੱਛਿਆ ਹੋਵੇ, ਤਾਂ ਮੈਂ ਚਾਹੂੰਗਾ ਕਿ ਉਹ ਜਾਣਕਾਰੀਆਂ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੀਆਂ ਕਰੋ। तो कुल मिला के तो मैं यही कहूँगा कि जो ये कोरोना वायरस है, कोविड-19 इन्फेक्शन है, ये आम जनता के लिए ज़्यादा कोई खतरनाक नहीं है, तो हमें पैनिक नहीं करना है। तो बहुत सारे लोग पैनिक ही हो गए हैं, तो पैनिक नहीं करना, हमें बचाव करना, प्रिवेंशन इम्पॉर्टेंट है। और हमें ध्यान रखना ये उन लोगों को ज़्यादा उनके लिए घातक है, खतरनाक है, जिनको डायबिटीज़ है, ब्लड प्रेशर है, हार्ट डिजीज़ है, कैंसर्स है, उसका ट्रीटमेंट जो ले रहे हैं, या एल्डरली पॉपुलेशन है जिनके फेफड़े कमज़ोर हैं, तो इन लोगों को इस इन्फेक्शन होने से हमें बचाना है जी। तो उन लोगों का हमें ध्यान रखना है ਜੀ ठीक है। ਔਰ ਐਸੇ ਲੋਕਾਂ ਨਾਲ ਸਾਨੂੰ ਘਰੋਂ ਵੀ ਫਿਜ਼ੀਕਲ ਡਿਸਟੈਂਸਿੰਗ ਜਿਹੜੀ ਰੱਖਣੀ ਚਾਹੀਦੀ ਹੈ। ਸਿਰਫ ਬਾਹਰ ਹੀ ਨਹੀਂ, ਇੱਕ ਸਰੋਤਾ ਦੀ ਮੈਂ ਕਾਲ ਲਵਾਂਗਾ, ਇਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਹੈਲੋ ਹਾਂਜੀ, ਕੌਣ ਬੋਲ ਰਹੇ? ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਕਰਮਜੀਤ ਕੌਰ ਪਿੰਡ ਬੱਲੋ ਕਿ ਜ਼ਿਲ੍ਹਾ ਬਰਨਾਲਾ ਤੋਂ ਬੋਲ ਰਹੀ ਹਾਂ ਸਰ। ਜੀ ਕਰਮਜੀਤ ਮੈਡਮ, ਸਵਾਲ ਕੀਤਾ ਸੀਗਾ ਵੀ 2 ਫੁੱਟ ਦਾ ਜਿਹੜਾ ਹੈਗਾ 6 ਫੁੱਟ ਦਾ ਜੋ ਫਾਸਲਾ ਵੀ ਉਹ ਘੱਟ ਹੈਗਾ, ਵੀ ਉਹਦੇ ਬਾਰੇ ਪੜਿਆ, ਇੱਕ ਤਾਂ ਇਹ ਵਿਚਕਾਰ ਰਹਿ ਗਿਆ ਸੀ ਤੁਹਾਡਾ ਸਵਾਲ। ਉਹ ਮੈਂ ਤਾਂ ਸੀਗਾ ਕਿ ਉਹ ਕਹਿੰਦੇ, ਹਾਲਾਂਕਿ ਉਹਨਾਂ ਨੇ ਫਿਰ ਇਹ ਗੱਲ ਕਹੀ ਹੈ ਵੀ, ਹਾਂਜੀ ਮੈਂ ਦੱਸਾਂ ਜੀ, ਬੋਲਾਂ ਜੀ। ਉਹਦੇ 'ਚ ਇਹ ਗੱਲ ਸੀਗੀ ਕਿ ਅਜੇ ਉਹ ਕਹਿੰਦੇ ਜੀ ਪ੍ਰਮਾਣਿਕ ਨਹੀਂ ਹੋਈ ਗੱਲ, ਇਹ ਅੱਜ ਹੀ ਇੱਕ ਜਗ੍ਹਾ ਤੇ ਮੈਂ ਪੜ੍ਹੀ, ਉਹ ਕਹਿੰਦੇ ਵੀ ਜੇ ਕੋਈ ਨਿੱਛ ਮਾਰੇ ਨਾ, ਉਹਦਾ ਕਹਿਣਾ ਸੀਗਾ ਕਿ 20 ਫੁੱਟ ਤੱਕ ਵੀ ਨਿੱਛ ਮਾਰੀ ਤੇ ਜਿਹੜੇ ਡ੍ਰੌਪਲੇਟਸ ਹੈ ਜਾਂ ਜਿਹੜੀਆਂ ਬੂੰਦਾਂ ਜਿਹੜੀਆਂ ਇਨਫੈਕਸ਼ਨ ਕਰ ਸਕਦੀਆਂ 20 ਫੁੱਟ तक भी दूर जा सकती हैं। तो इसमें मैं एक्सप्लेन करता हूँ। बेसिकली जब हम खांसते हैं, छींकते हैं या बहुत जोर से बोलते हैं, 2 तरह के ड्रॉपलेट्स होते हैं। एक जड़े 20 माइक्रोन मीटर के होते हैं, वो हेवी होते हैं, भारी होते हैं, वो नेड़े गिरते हैं, वो 6 फुट तक गिरते हैं। तो अगर कोई 6 फुट तक हमारे पास में हो तो वो भी अगर सांस लेगा तो उसके नाक और मुंह के थ्रू जाएगा। लेकिन कुछ छोटे छोटे ड्रॉपलेट्स, ਸੌਰੀ ਸਰ ਜੀ, ਸਾਡੇ ਮਾਸਕ ਲੱਗਾ ਹੋ ਫੇਰ ਨਹੀਂ, ਮਾਸਕ ਤੋਂ ਬਿਨਾਂ ਦੀ ਗੱਲ ਹੋ ਰਹੀ ਹੈ। ਹਾਂ ਮਾਸਕ ਅਗਰ, ਹਾਂਜੀ ਸਰ। ਦੂਸਰਾ ਸਵਾਲ ਮੇਰਾ ਇਹ ਹੈਗਾ ਵੀ ਇੱਕ ਦਿਨ ਖੇਤੀਬਾੜੀ ਵਾਲੇ ਡਾਕਟਰ ਦੱਸ ਰਹੇ ਸੀ ਵੀ ਜੇ ਅਸੀਂ ਬਾਹਰੋਂ ਆਉਂਦੇ ਆ ਵੀ ਗੇਟ ਦੇ ਉੱਪਰ ਨਾ ਚੂਨਾ ਖਿਲਾਰ ਕੇ ਰੱਖੋ, ਜਿੱਦਾਂ ਵੀ ਉਹਦੇ ਉੱਪਰ ਦੀ ਪੈਰ ਧਰ ਕੇ ਲੰਘ ਕੇ ਉਹ ਫੇਰ ਜਿਹੜੀ ਚੂਨਾ ਵੀ ਉਹਦਾ ਕੋਈ ਜਿਹੜਾ ਇਨਫੈਕਸ਼ਨ ਹੁੰਦੀ ਹੈ ਉਹ ਹੁੰਦੀ ਨਹੀਂ। ਇਹ ਸਹੀ ਹੈ? ਉਹ ਡਿਸਇਨਫੈਕਟਡ ਦੇ ਤੌਰ ਤੇ ਕੰਮ करता है जी? नहीं, ऐसा कुछ कोई एविडेंस नहीं है, ऐसा कोई प्रूफ नहीं साढ़े कोल कि उससे कुछ ऐसा होगा। बट जरा सिंपल जो हैंड सैनिटाइजर होता है जिसमें 60% से ज्यादा अल्कोहल होता है, तो वो तुसी यूज कर सकते हैं। लेकिन साबुन पानी सबसे बेस्ट है। जहाँ साबुन पानी नहीं है वहां तुसी हैंड सैनिटाइजर यूज कर सकते हैं। हैंड नहीं सर, जो साडे जूते होते हैं, जूते में को कहना चूना नहीं, ऐसा कोई एविडेंस नहीं, प्रूफ नहीं है, ऐसी कोई चीज कहीं मेंशन नहीं की गई है। तो बस ऐसा कुछ सिंपल साबुन पानी सबसे चंगा, वधिया, सबसे सस्ता। और जे फर्श साफ करते हैं ना जी, जे ਆਪਾਂ ਫਰਸ਼ ਨੂੰ ਡਿਸਇਨਫੈਕਟ ਕਰਨਾ ਹੈ, ਉਹਦੇ ਲਈ ਜਿਹੜਾ ਆਪਣੇ ਘਰੇ ਲਿਕੁਇਡ ਬਲੀਚ ਹੁੰਦਾ ਨਾ ਜੀ, ਬਲੀਚ ਕੱਪੜਿਆਂ ਲਈ, ਉਹਦਾ ਇੱਕ ਢੱਕਣ ਨਾ ਬਾਲਟੀ 'ਚ ਸਿੱਟ ਦਿਓ। ਇਹ ਡਾਕਟਰ ਸਾਹਿਬ ਨੇ ਦੱਸਿਆ ਸੀ ਸਾਨੂੰ। ਉਹਦੇ 'ਚ ਜਿਹੜੀ ਆ ਸਪਰੇਅ ਨਹੀਂ ਕਰਦੇ ਆਪਾਂ, ਕੋਈ ਵੀਡੀਓਜ਼ 'ਚ ਦੇਖਦੇ ਆ, ਜਿਹੜੀ
ਸੋਡੀਅਮ ਹਾਂ, ਹਾਈਪੋਕਲੋਰਾਈਟ ਸੋਡੀਅਮ ਹਾਈਪੋਕਲੋਰਾਈਟ ਉਹਦੇ ਵਿੱਚ ਹੁੰਦਾ, ਉਹਦਾ ਇੱਕ ਢੱਕਣ ਬਾਲਟੀ ਸਿੱਟ ਦਿਓ ਤੇ ਜੇ ਜੁੱਤਿਆਂ ਨਾਲ ਆਇਆ ਵੀ ਆ ਮਾੜਾ ਜਿਹਾ ਜੁੱਤਿਆਂ ਦੇ ਥੱਲੇ ਵੀ ਇਹ ਮਾਰ ਦਿਓ ਤੇ ਸਾਫ਼ ਹੋ ਜਾਣਗੇ ਜੀ। ਕਿੱਡੀ ਗੱਲ ਹੈ। ਅੱਛਾ, ਥੈਂਕ ਯੂ ਸਰ। ਹਾਂ ਹਾਂ ਹਾਂ, ਸ਼ੁਕਰੀਆ ਜੀ ਕਾਲ ਕਰਨ ਲਈ। ਤੇ ਸਮਾਂ ਹੈ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ, ਤੁਸੀਂ ਆਪਣੀ ਗੱਲ ਪੂਰੀ ਕਰੋ ਸਰ ਜਿਹੜੀ ਕਰ ਰਹੇ ਸੀ। तो मैं ये कह रहा था कि जो सारी ये पेशेंट्स हैं इनको सबसे ज़्यादा खतरा है, और इसी के बारे में बताना चाहूँगा कि एल्डरली पॉपुलेशन जिनका 70 से 80 की एज में, उनमें डेथ रेट 15% देखा गया है। ठीक है, ये सबसे इंपॉर्टेंट है। ਜੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ 2.5% ਹੈ ਤਾਂ ਇਹਦੇ 'ਚ ਇਹ ਦੇਖੋ ਕਿ 15% मौत ਦੀ ਦਰ ਉਹਨਾਂ ਲੋਕਾਂ 'ਚ ਜਿਨ੍ਹਾਂ ਦੀ ਉਮਰ ज़्यादा है। तो जिनका डायबिटीज़ है 7 से 10% है, ब्लड प्रेशर पेशेंट्स में 10% है, जिनको ऑलरेडी हार्ट डिजीज़ है उनका भी रिस्क अराउंड 10% के आसपास है। तो ये जो पेशेंट्स है ये ज़्यादा क्रिटिकल इन्हीं पेशेंट्स में देखा गया है, इन्फेक्शन प्रॉब्लम करता है, आम जनता में ज़्यादातर नहीं करता है। तो हम क्या करना चाहिए, शुगर पेशेंट्स का शुगर अगर कंट्रोल रहेगा तो ये कॉम्प्लिकेशंस नहीं होंगी, प्रॉपर दवाइयाँ नाल शुगर कंट्रोल करना है। इन्फेक्शन हो गया तो हो सकता है हमें इंसुलिन स्टार्ट करना पड़ेगा, तो ये पेशेंट जल्दी डॉक्टर को कंसल्ट करिए। नंबर दूसरा है ब्लड प्रेशर कंट्रोल में रखेंगे, हार्ट की दवाइयाँ, ब्लड प्रेशर की दवाइयाँ बंद नहीं करनी। अभी बीच में आया था कि कुछ ब्लड प्रेशर दवाइयाँ कुछ वायरस को ज़्यादा इन्फेक्शन बढ़ाता है, ऐसा कुछ नहीं है। नई गाइडलाइंस आई हैं कि हमें दवाइयाँ कंटिन्यू करनी है, चेंज नहीं करनी है, और साथ में जो कोलेस्ट्रॉल की दवाइयाँ हैं और बाकी जो दवाइयाँ सेम कंटिन्यू करनी है। स्मोकिंग बिल्कुल बंद करनी चाहिए, अगर कोई स्मोकर्स हैं वो स्मोकिंग बंद करिए, अपना वेट कम करिए, हेल्दी डाइट लीजिए, हाइड्रेशन पानी की मात्रा ज़्यादा रखिए, आजकल गर्मी बहुत ज़्यादा है तो हाइड्रेशन इंपॉर्टेंट है। तो हेल्दी डाइट, हेल्दी लाइफस्टाइल, और अपनी जो गवर्नमेंट की जो गाइडलाइंस हैं, सोशल डिस्टेंसिंग मींस फिजिकल डिस्टेंसिंग, दूर रहिए एक दूसरे से, जो 2 मीटर का फासला है वो मेंटेन करिए, रेस्पिरेटरी हाइजीन, मास्क प्रॉपर यूज करिए, हैंड हाइजीन का प्रॉपर इस्तेमाल करिए। यही हमारी आज ਯਾਨੀ ਕਿ ਅਸੀਂ ਤੰਦਰੁਸਤ ਰਹਿਣਾ, ਔਰ ਇਹ ਵਾਇਰਸ ਹੈ ਜਿਹੜਾ ਇਹ ਬਿਮਾਰਾਂ ਨੂੰ ਹੋਰ ਬਿਮਾਰ ਕਰਦਾ ਹੈ ਔਰ ਉਹਨਾਂ ਦੀ ਜਾਨ ਵੀ ਲੈਵਾ ਸਾਬਤ ਹੁੰਦਾ ਹੈ। ਖੈਰ ਜੀ, ਡਾਕਟਰ ਸੁਸ਼ੀਲ ਕੋਟਰੂ, ਬਹੁਤ ਵੱਡਮੁੱਲੀ ਜਾਣਕਾਰੀ ਹੈ ਜਿਹੜੀ ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਦਿੱਤੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਸਰੋਤੇ, ਇਸ ਦੇ ਨਾਲ ਹੀ ਸਾਡਾ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ 'ਚੋਂ ਮੈਨੂੰ ਰਾਜੀਵ ਅਰੋੜਾ ਨੂੰ ਦਿਓ ਆਗਿਆ। ਬਹੁਤ ਬਹੁਤ ਧੰਨਵਾਦ। धन्यवाद।